कि नहीं अकाली दल के ढांचे च बदलाव की जरूरत है? सो मैनू भी लगता भी अगली बारी तो हैगी अकाली दल की। ਹੁਣ ਕਹਿਣ ਲੱਗੇ ਯਾਰ ਇਹਨਾਂ ਦਾ ਤਾਂ ਅਕਾਲੀ ਦਲ ਹੀ ਚੰਗਾ ਸੀ, ਇਹਨਾਂ ਨੂੰ ਤਾਂ ਅਕਾਲੀ ਚੰਗੇ ਸੀ, ਕੰਮ ਤਾਂ ਹੋ ਜਾਂਦੇ ਸੀ, ਜਦੋਂ ਮਰਜ਼ੀ ਕਰਾ ਲੈਂਦੇ ਸੀ। ਸੋ ਜਿਹੜਾ ਭਾਰਤ ਸਰਕਾਰ ਕਹਿ ਰਹੀ ਆ ਵਨ ਨੇਸ਼ਨ ਵਨ ਇਲੈਕਸ਼ਨ, ਭੁੱਲਰ ਸਾਹਿਬ ਇਹ ਜਿਹੜਾ ਹੈਗਾ ਚੰਗਾ ਹੈ। ਲੋਕਾਂ ਦੇ ਕੰਮ ਰੁਕ ਜਾਂਦੇ ਆ, ਸਾਰੀ ਮਸ਼ੀਨਰੀ ਬਲਾਕ ਹੋ ਜਾਂਦੀ ਹੈ। ਇਹਦਾ ਸਾਰਿਆਂ ਨੂੰ ਫਾਇਦਾ ਐਮਐਲਏ ਨੂੰ ਹੋਊਗਾ। ਐਵੇਂ ਇਲੈਕਸ਼ਨ 'ਚ ਰੁੱਝੇ ਰਹੋ, ਰੋਜ਼ ਸਾਰਾ ਸਾਲ ਇਲੈਕਸ਼ਨਾਂ ਹੀ ਚੱਲੀ ਜਾਂਦੀਆਂ ਨੇ। ਕਿਉਂਕਿ ਜੇ ਮੋਦੀ ਲਹਿਰ ਚੱਲ ਰਹੀ ਹੈਗੀ ਆ ਤੇ ਫਿਰ ਪੂਰੇ ਇੰਡੀਆ ਦੇ ਵਿੱਚ ਮੋਦੀ ਦੀ ਸਰਕਾਰ ਹੀ ਬਣ ਜਾਏਗੀ ਜੀ। ਦੇਖੋ ਜੇ ਮੋਦੀ ਨੂੰ ਲੋਕਾਂ ਨੇ ਵੋਟਾਂ ਪਾਉਣੀਆਂ ਤੇ ਫਿਰ ਆਪਾਂ ਕਿਵੇਂ ਰੋਕ ਸਕਦੇ ਹਾਂ? ਜੇ ਮੋਦੀ ਪਾਪੂਲਰ ਆ ਤੇ ਅਸੀਂ ਉਹਦੀ ਪਾਪੂਲਰਿਟੀ ਕਿਵੇਂ ਤੋੜ ਦਿਆਂਗੇ? ਲੱਗਦਾ ਹੱਲੇ ਵੀ ਤੁਸੀਂ ਐਨਡੀਏ ਦਾ ਹਿੱਸਾ ਬਣ ਸਕਦੇ, ਬੀਜੇਪੀ ਨਾਲ ਫਿਰ ਪੁਰਾਣੀ ਸਾਂਝ ਕਾਇਮ ਹੋ ਸਕਦੀ। ਅਸੀਂ ਇਕੱਠੇ ਰਹੇ ਆ ਪਹਿਲਾਂ ਹੀ ਬਹੁਤ ਚਿਰ, ਸਾਨੂੰ ਉਹ ਜ਼ਿਆਦਾ ਬੈਟਰ ਹੈਗਾ। ਤੁਹਾਡੀ ਲੋੜ ਹੈ ਕਿ ਜਾਂ ਉਹਨਾਂ ਦੀ ਲੋੜ ਹੈ? ਤੁਸੀਂ ਤਾਂ ਲੋੜ ਤਾਂ ਦੋਨਾਂ ਨੂੰ ਹੀ ਸਮਝ ਲਓ। ਆਹ ਪਾਰਲੀਮੈਂਟ ਦੇ ਵਿੱਚ ਤਾਂ ਜੇ ਬੀਜੇਪੀ ਸਾਡੇ ਨਾਲ ਨਹੀਂ ਰਲੀ, ਇੱਕ ਵੀ ਸੀਟ ਨਹੀਂ ਉਹਨਾਂ ਨੂੰ ਆਉਣੀ। ਇੱਕ ਵੀ ਮੈਚ ਕਹਿ ਦੇਣਾ ਇਸ ਟੀਵੀ ਦੇ ਉੱਤੋਂ, ਬੀਜੇਪੀ ਨੂੰ ਕੋਈ ਸੀਟ ਨਹੀਂ ਆਉਣੀ। ਤੇ ਤੁਹਾਨੂੰ ਪੰਜਾਬ ਦੀ ਬਿਹਤਰੀ ਵਾਸਤੇ ਵੀ ਤੇ ਦਿੱਲੀ ਦੀ ਬਿਹਤਰੀ ਵਾਸਤੇ ਵੀ, ਦੇਸ਼ ਦੇ ਵਾਸਤੇ ਵੀ, ਜੇ ਅਕਾਲੀ ਦਲ ਦਾ ਤੇ ਬੀਜੇਪੀ ਦਾ ਗੱਠਜੋੜ ਹੁੰਦਾ ਹੈ। ਬੀਜੇਪੀ ਵਾਲੀ ਕਹਿੰਦੇ ਛੋਟੇ ਭਰਾ ਵਾਲੀ ਪੋਜੀਸ਼ਨ ਨਹੀਂ ਰਹਿ ਗਈ, ਵੱਡੇ ਭਰਾ ਵਾਲੀ ਭੂਮਿਕਾ ਨਿਭਾਵਾਂਗੇ। ਦਿੱਲੀ 'ਚੋਂ ਸਾਡੇ ਵੱਡੇ ਭਰਾ ਨੇ, ਇੱਥੇ ਅਸੀਂ ਵੱਡੇ ਭਰਾ ਆ ਉਹਨਾਂ ਦੇ। ਜਿਉਂ-ਜਿਉਂ ਦੇਸ਼ ਦੀ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ, ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੀ ਆ ਡਿਵੈਲਪਮੈਂਟ ਬੜੀ ਸ਼ੁਰੂ ਹੋ ਚੁੱਕੀ ਆ। ਸਿਆਸੀ ਤੌਰ ਤੇ ਇੱਕ ਪਾਸੇ ਕਿਹਾ ਜਾ ਰਿਹਾ ਵਨ ਨੇਸ਼ਨ ਤੇ ਵਨ ਇਲੈਕਸ਼ਨ, ਦੂਜੇ ਪਾਸੇ ਵੀ ਆ ਕਿ ਇੱਕ ਐਨਡੀਏ ਆ, ਇੱਕ ਨਵਾਂ ਗੱਠਜੋੜ ਬਣ ਗਿਆ ਇੰਡੀਆ। ਤੇ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਵਿੱਚ ਚਰਚਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਹੋਏਗਾ। ਭਗਵੰਤ ਮਾਨ ਸਾਹਿਬ ਹੁਣਾਂ ਨੇ ਇਹ ਵੀ ਕਹਿ ਦਿੱਤਾ ਕਿ ਅਸੀਂ ਵਿਧਾਨ ਸਭਾ ਜਿਹੜੀ ਪ੍ਰੀਸ਼ਦ ਆ ਉਹਨੂੰ ਬਹਾਲ ਕਰਨ ਬਾਰੇ ਸੋਚ ਰਹੇ ਹਾਂ। ਤੇ ਸ਼੍ਰੋਮਣੀ ਅਕਾਲੀ ਦਲ ਦਾ ਇਸ ਟਾਈਮ ਕੀ ਸਟੈਂਡ ਚੱਲ ਰਿਹਾ ਹੈਗਾ, ਕੀ ਰਣਨੀਤੀ ਚੱਲ ਰਹੀ ਆ, ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸਿਕੰਦਰ ਸਿੰਘ ਮਲੂਕਾ ਸਾਹਿਬ ਆ, ਉਹਨਾਂ ਦੇ ਨਾਲ ਗੱਲ ਕਰਦੇ। ਮਲੂਕਾ ਸਾਹਿਬ ਪਹਿਲਾਂ ਦੇ ਦੱਸੋ, ਜਿਹੜਾ ਭਾਰਤ ਸਰਕਾਰ ਕਹਿ ਰਹੀ ਆ ਵਨ ਨੇਸ਼ਨ ਵਨ ਇਲੈਕਸ਼ਨ, ਉਹਨੂੰ ਕਿਵੇਂ ਦੇਖਦੇ ਜੀ? ਦੇਖੋ ਮੇਰੀ ਸਮਝ ਦੇ ਮੁਤਾਬਕ ਸਿੱਧੂ ਸਾਹਿਬ ਆਪਣਾ ਭੁੱਲਰ ਸਾਹਿਬ ਇਹ ਜਿਹੜਾ ਹੈਗਾ ਚੰਗਾ ਹੈ ਜੀ, ਕਿਉਂਕਿ 2 ਇਲੈਕਸ਼ਨਾਂ ਲੜਨ ਦੇ ਨਾਲ ਇੱਕ ਤਾਂ ਸਮਾਂ ਬਹੁਤ ਬਰਬਾਦ ਹੁੰਦਾ, 3-4 ਮਹੀਨੇ ਚੋਣ ਜਾਬਤਾ ਲੱਗ ਜਾਂਦਾ ਹੈ। ਲੋਕਾਂ ਦੇ ਕੰਮ ਰੁਕ ਜਾਂਦੇ ਆ, ਸਾਰੀ ਮਸ਼ੀਨਰੀ ਬਲਾਕ ਹੋ ਜਾਂਦੀ ਹੈ ਕਿਸਮ ਦੀ। ਚਲੋ ਉਹ ਵੀ ਛੱਡੋ, ਮੇਰਾ ਮਤਲਬ ਪੈਸੇ ਬਹੁਤ ਜ਼ਿਆਦਾ ਲੱਗਦੇ ਆ। 70,000 ਕਰੋੜ ਰੁਪਈਆ ਇੱਕ ਵਾਰੀ ਦੀ ਇਲੈਕਸ਼ਨ ਤੇ ਘੱਟੋ ਘੱਟ ਲੱਗ ਜਾਂਦਾ, ਕਈ ਵੱਧ ਲੱਗ ਜਾਂਦਾ, ਕਈ ਘੱਟ ਲੱਗ ਜਾਂਦਾ। ਮੈਂ ਤਾਂ ਮੋਟੀ ਜੀ ਫਿਗਰ ਵੈਸੇ ਹੀ ਦੱਸੀ ਹੈ। ਇੰਨਾ ਵੱਡੀ ਰਕਮ ਜਿਹੜੀ ਐਵੇਂ ਜਾਂਦੀ ਹੈ ਸਾਰੀ, ਜਦੋਂ 2 ਇਲੈਕਸ਼ਨਾਂ ਲੜਦੇ ਆ, ਅਸੈਂਬਲੀ ਦੇ ਫਿਰ ਅੱਡ ਲੱਗਦੇ ਆ, ਉਹਦੇ ਅੱਡ ਲੱਗਦੇ ਆ, ਸਟੇਟਾਂ ਦੇ ਅੱਡ ਲੱਗਦੇ ਆ, ਉਹ ਵੱਖਰੇ ਨੇ, ਤੇ ਫਿਰ ਕੈਂਡੀਡੇਟਾਂ ਦੇ ਅੱਡ ਲੱਗਦੇ ਆ। ਇਹਦਾ ਸਾਰਿਆਂ ਨੂੰ ਫਾਇਦਾ ਐਮਐਲਏ ਨੂੰ ਹੋਊਗਾ, ਸਾਰਿਆਂ ਨੂੰ ਵੱਡਾ ਫਾਇਦਾ। ਐਮਐਲਏ ਨੂੰ ਦੂਰੀ ਮਾਰ ਪੈਂਦੀ ਸੀ ਅੱਗੇ, ਉਹਨੂੰ ਆਪ ਦੀ ਇਲੈਕਸ਼ਨ ਵੀ ਲੜਨੀ ਪੈਂਦੀ ਸੀ, ਉਹਨੂੰ ਪਾਰਲੀਮੈਂਟ ਵੀ ਲੜਨੀ ਪੈਂਦੀ ਸੀ। ਹੁਣ ਜੇ ਇੱਕ ਥਾਊ ਤਾਂ ਇੱਕ ਵਾਰੀ ਲੜ ਦੂਗਾ ਨਾ। ਸੋ ਇਸ ਕਰਕੇ ਮੈਂ ਤਾਂ ਕਹਿੰਦਾ ਵੀ ਇਹ ਫਾਇਦਾ ਇਸ ਚੀਜ਼ ਦਾ, ਦੇਸ਼ ਨੂੰ ਵੀ ਫਾਇਦਾ ਹੈ, ਪੋਲੀਟੀਕਲ ਬੰਦਿਆਂ ਨੂੰ ਵੀ ਫਾਇਦਾ ਹੈ। ਇੱਕ ਵਾਰੀ ਵੋਟਾਂ ਪੈ ਜਾਇਆ ਕਰਨ, ਜਦ ਮੁੱਕੇ ਦੇਸ਼ ਦਾ ਪੈਸਾ ਵੀ ਬਚੂਗਾ, ਉਹਨੂੰ ਕਿਸੇ ਚੰਗੇ ਕੰਮ ਤੇ ਲਾਉਣ, ਤੇ ਨਾਲ ਸਮਾਂ ਵੀ ਬਚੂਗਾ। ਐਵੇਂ ਇਲੈਕਸ਼ਨ 'ਚ ਰੁੱਝੇ ਰਹੋ, ਰੋਜ਼ ਸਾਰਾ ਸਾਲ ਇਲੈਕਸ਼ਨਾਂ ਹੀ ਚੱਲੀ ਜਾਂਦੀਆਂ ਨੇ। ਇਹ ਕਰ ਦੇਣਾ ਚਾਹੀਦਾ, ਮੈਂ ਤਾਂ ਕਹਿੰਦਾ ਚੰਗਾ ਕੰਮ ਹੈਗਾ। ਮਤਲਬ ਜਿਹੜੀਆਂ ਇੱਕ ਤੇ ਜਦੋਂ ਭਾਰਤ ਸਰਕਾਰ ਦਾ 60 ਤੋਂ 70,000 ਕਰੋੜ ਰੁਪਇਆ ਲੱਗ ਜਾਂਦਾ ਲੋਕ ਸਭਾ ਕਰਾਉਣ ਤੇ ਵਿਧਾਨ ਸਭਾ, ਇੱਕ ਤੁਹਾਡਾ ਲੱਗਦਾ ਪੋਲੀਟੀਕਲ ਪਾਰਟੀ, ਦੂਜਾ ਅੱਜ ਕੱਲ੍ਹ ਕੈਂਡੀਡੇਟ ਵਾਸਤੇ ਵੀ ਇਲੈਕਸ਼ਨ ਕੋਈ ਸੌਖੀ ਨਹੀਂ ਹੈ, ਬਹੁਤ ਮਹਿੰਗੀ ਹੈ। ਦੇਖੋ ਮੈਂ ਉਹੀ ਕਿਹਾ ਨਾ ਵੀ ਆਪਦੀ ਵੀ ਉਹਨੇ ਲੜਦੀ ਹੈ ਐਮਐਲਏ ਦੀ, ਜਦੋਂ ਐਮਪੀ ਦੀ ਆ ਜਾਂਦੀ ਹੈ ਉਹ ਵੀ ਉਹਨੂੰ ਲੜਨੀ ਪੈਂਦੀ ਹੈ। ਐਮਪੀ ਵਾਲੀ ਇਲੈਕਸ਼ਨ ਵੀ ਤਕਰੀਬਨ ਐਮਐਲਏ ਨੂੰ ਹੀ ਲੜਨੀ ਪੈਂਦੀ ਹੈ, ਉਹ ਵੀ ਉਹਦਾ ਖਰਚਾ ਹੁੰਦਾ। ਤੇ ਹੁਣ ਇੱਕ ਵਾਰੀ ਤਾਂ ਹੋ ਜੂ ਨਾ, ਅੱਧਾ ਖਰਚਾ ਰਹਿ ਜੂ ਉਹਦਾ। ਸੋ ਇਹ ਸਾਰੇ ਪੱਖਾਂ ਤੋਂ ਫਾਇਦਾ ਹੈ। ਪੈਸੇ ਦੀ ਬਚਤ ਹੋਏਗੀ, ਸਰਕਾਰ ਦਾ ਪੈਸਾ ਬਚੇਗਾ, ਲੋਕਾਂ ਦਾ ਪੈਸਾ ਬਚੇਗਾ, ਨਾਲ ਜਿਹੜਾ ਸਮਾਂ ਬਚੇਗਾ। ਜਿਹੜੀਆਂ ਦੂਜੀਆਂ ਪਾਰਟੀਆਂ ਜਿਵੇਂ ਕਾਂਗਰਸ ਪਾਰਟੀ, ਉਹ ਕਹਿ ਰਹੇ ਕਿ ਨਹੀਂ ਫੈਡਰਲ ਢਾਂਚੇ ਤੇ ਵੀ ਧੱਕਾ ਤੇ ਸੂਬਿਆਂ ਦੇ ਵੀ ਵੱਧ ਅਧਿਕਾਰਾਂ ਤੇ ਡਾਕਾ ਜੀ। ਇਹ ਤਾਂ ਵੈਸੇ ਨਾ ਜਗਤਾਰ ਸਿੰਘ ਜੀ, ਆਪਣੇ ਮੁਲਕ ਦੇ ਵਿੱਚ ਬਦਕਿਸਮਤੀ ਆ ਆਪਣੇ ਮੁਲਕ ਦੀ। ਕੋਈ ਕੰਮ ਜਿਹੜੀ ਪਾਰਟੀ ਰੂਲਿੰਗ ਕਰੇ, ਅਪੋਜੀਸ਼ਨ ਨੇ ਉਹਦਾ ਵਿਰੋਧ ਕਰਨਾ ਹੈ। ਇਹ ਆਪਣੇ ਦੇਸ਼ 'ਚ ਹੈ, ਇਕੱਲੇ 'ਚ, ਬਾਹਰਲੇ ਦੇਸ਼ਾਂ 'ਚ ਕਿਤੇ ਹੈ ਨਹੀਂ। ਉੱਥੇ ਰਲ ਮਿਲ ਕੇ ਕੰਮ ਕਰ ਲੈਂਦੇ, ਵੈਸੇ ਤਾਂ ਪਹਿਲਾਂ ਹੀ ਰਾਏ ਕਰ ਲੈਂਦੇ ਆ, ਤੇ ਉੱਥੇ ਐਉਂ ਨਹੀਂ ਹੁੰਦਾ ਵੀ ਹਰੇਕ ਕੰਮ ਦਾ ਵਿਰੋਧ ਕਰਨਾ ਹੈ। ਸੋ ਆਪਣੇ ਦੇਸ਼ 'ਚ ਤਾਂ ਮੈਂ ਵੇਖ ਲਿਆ, ਭਾਵੇਂ ਕਾਂਗਰਸ ਕੋਈ ਚੰਗਾ ਕੰਮ ਕਰੇ ਤਾਂ ਅਪੋਜੀਸ਼ਨ ਬੀਜੇਪੀ ਹੋਵੇ ਉਹ ਵਿਰੋਧ ਕਰਦੀ ਹੁੰਦੀ ਸੀ। ਤੇ ਜੇ ਹੁਣ ਬੀਜੇਪੀ ਦੀ ਸਰਕਾਰ ਹੈ ਤਾਂ ਹੁਣ ਕਾਂਗਰਸ ਦਾ ਮਨ ਹੀ ਬਣਾਇਆ ਵਾ ਵੀ ਇਹਦੇ ਸਾਥੀਆਂ ਦਾ ਤੇ ਅਸੀਂ ਵਿਰੋਧ ਹੀ ਕਰਨਾ, ਜੋ ਮਰਜ਼ੀ ਹੋ ਜੇ, ਚੰਗਾ ਮਾੜਾ ਤਾਂ ਵੇਖਦੇ ਹੀ ਨਹੀਂ। ਪਹਿਲਾਂ ਵੀ ਇਵੇਂ ਕਾਂਗਰਸ ਵੇਲੇ ਵੀ ਇਵੇਂ ਹੁੰਦਾ ਸੀ, ਜੇ ਕੋਈ ਕਾਂਗਰਸ ਵੀ ਚੰਗਾ ਕੰਮ ਕਰਦੀ ਸੀ ਤਾਂ ਅਪੋਜੀਸ਼ਨ ਸਾਰੀ ਉਦੋਂ ਕਹਿੰਦੀ ਨਹੀਂ ਅਸੀਂ ਨਹੀਂ ਮੰਨਦੇ। ਇਵੇਂ ਹੁਣ ਹੋਇਆ ਵਾ। ਸੋ ਇਹ ਛੱਡ ਦੇਣਾ ਚਾਹੀਦਾ ਪਾਰਟੀਆਂ ਨੂੰ ਵੀ, ਵਿਰੋਧ ਨਾਲ ਵਿਰੋਧ ਹੀ ਕਰਨਾ। ਜਿਹੜਾ ਕੋਈ ਚੰਗਾ ਕੰਮ ਆ ਉਹਦੇ ਤੇ ਵਿਰੋਧ ਨਹੀਂ ਕਰਨਾ ਚਾਹੀਦਾ। ਪਾਰਟੀਆਂ ਨੂੰ ਬੈਠ ਲੈਣ, ਆਪਦੀ ਦਲੀਲ ਦੇਣ ਬੈਠ ਕੇ ਵੀ ਇਹ ਨਹੀਂ ਠੀਕ ਤਾਂ ਦਲੀਲ ਦੇਣ ਫਿਰ ਆਪਦੀ।
ਵੀ ਹਰੇਕ ਕੰਮ ਦਾ ਵਿਰੋਧ ਕਰਨਾ ਨਹੀਂ ਮੈਂ ਸਮਝਦਾ ਚੰਗਾ ਹੁੰਦਾ ਆਪੋਜੀਸ਼ਨ ਪਾਰਟੀਆਂ ਵਾਸਤੇ। ਤਾਂ ਲੱਗਦਾ ਕਿ ਸੈਂਟਰ ਸਰਕਾਰ ਦਾ ਸਹੀ ਫੈਸਲਾ। ਮੇਰੀ ਸਮਝ ਤਾਂ 100% ਸਹੀ ਫੈਸਲਾ ਇਹ, ਇਹਦੇ ਨਾਲ ਹਰ ਪੱਖੋਂ ਫਾਇਦਾ ਹੀ ਫਾਇਦਾ, ਨੁਕਸਾਨ ਕੋਈ ਨਹੀਂ। ਪਰ ਇਹ ਤਾਂ ਨਹੀਂ ਹੋਵੇ ਜਿਵੇਂ, ਕਿਉਂਕਿ ਜੇ ਮੋਦੀ ਲਹਿਰ ਚੱਲ ਰਹੀ ਹੈਗੀ ਹੈ ਤੇ ਫਿਰ ਪੂਰੇ ਇੰਡੀਆ ਦੇ ਵਿੱਚ ਮੋਦੀ ਦੀ ਸਰਕਾਰ ਹੀ ਬਣ ਜਾਏਗੀ ਜੀ ਸਟੇਟਾਂ 'ਚ। ਜੇ ਲਹਿਰ ਚੱਲਦੀ ਹੈ ਤਾਂ ਉਹਦੇ ਸੂਬਿਆਂ 'ਚ ਵੀ ਚੱਲ ਜੂਗੀ, ਫਿਰ ਵੀ ਚੱਲ ਜੂਗੀ। ਜੇ ਲਹਿਰ ਚੱਲਦੀ ਹੈ ਤਾਂ ਵੇਖੋ, ਜੇ ਮੋਦੀ ਨੂੰ ਲੋਕਾਂ ਨੇ ਵੋਟਾਂ ਪਾਉਣੀਆਂ ਤੇ ਫਿਰ ਆਪਾਂ ਕਿਵੇਂ ਰੋਕ ਸਕਦੇ ਹਾਂ? ਇਹ ਤਾਂ ਫਿਰ ਲੋਕਾਂ ਦੀ ਮਰਜ਼ੀ ਹੈ ਨਾ, ਲੋਕ ਇਹਨੂੰ ਚੰਗਾ ਸਮਝਦੇ ਆ। ਜੇ ਮੋਦੀ ਨੂੰ ਚੰਗਾ ਸਮਝਦੇ ਆ ਜਾਂ ਉਹਨਾਂ ਦੇ ਧੜੇ ਨੂੰ, ਐਨਡੀਏ ਨੂੰ ਚੰਗਾ ਸਮਝਦੇ ਆ ਤਾਂ ਫਿਰ ਉਹਨਾਂ ਨੂੰ ਵੋਟਾਂ ਪਾਉਣਗੇ ਲੋਕ। ਜੇ ਇੰਡੀਆ ਜਿਹੜਾ ਨਵਾਂ ਬਣਿਆ ਗੱਠਜੋੜ ਇਹਨੂੰ ਚੰਗਾ ਸਮਝਦੇ ਹੋਏ ਤਾਂ ਫਿਰ ਮੋਦੀ ਨੂੰ ਹਰਾ ਦੇਣਗੇ ਲੋਕ। ਫਿਰ ਤਾਂ ਲੋਕਾਂ ਤੇ ਛੱਡ ਦਈਏ ਨਾ, ਅਸੀਂ ਡਰੀਏ ਨਾ, ਲੋਕਾਂ ਤੇ ਫੈਸਲਾ ਛੱਡ ਦਈਏ। ਜੇ ਮੋਦੀ ਪਾਪੂਲਰ ਆ ਤੇ ਅਸੀਂ ਉਹਦੀ ਪਾਪੂਲਰਿਟੀ ਕਿਵੇਂ ਤੋੜ ਦਿਆਂਗੇ? ਫਿਰ ਅਸੀਂ ਵਿਰੋਧ ਨਾਲ ਤਾਂ ਨਹੀਂ ਟੁੱਟਦੀ। ਇੱਕ ਜਿਹੜਾ ਇੰਡੀਆ ਗੱਠਜੋੜ ਬਣਿਆ ਉਹਦੇ 'ਚ 28 ਪਾਰਟੀਆਂ, ਇੱਕ ਐਨਡੀਏ ਵਾ। ਹੁਣ ਸ਼੍ਰੋਮਣੀ ਅਕਾਲੀ ਦਲ ਨਾ ਐਨਡੀਏ ਦਾ ਹਿੱਸਾ, ਇੰਡੀਆ ਦੇ ਨਾਲ ਤੁਸੀਂ ਜਾ ਨਹੀਂ ਸਕਦੇ ਹੈਗੇ, ਤੇ ਅਕਾਲੀ ਦਲ ਕਿਵੇਂ ਲੜੂ ਇਲੈਕਸ਼ਨ ਜੀ? ਵੇਖੋ, ਇੰਡੀਆ ਨਾਲ ਸਾਡਾ ਕਾਂਗਰਸ ਨਾਲ ਮਤਭੇਦ ਹੈ, ਬਾਕੀ ਕਿਸੇ ਪਾਰਟੀ ਨਾਲ ਸਾਡਾ ਮਤਭੇਦ ਨਹੀਂ ਹੈਗਾ। ਬਾਕੀ ਸਾਰੇ ਵਿੱਚ ਇਹਦੇ ਚੰਗੇ ਬੰਦੇ ਵੀ ਹੈਗੇ ਨੇ, ਇਹ ਨਹੀਂ ਕਿ ਨਹੀਂ। ਪਰ ਕਾਂਗਰਸ ਨੇ ਕਿਉਂਕਿ ਸਾਡੇ ਤੇ ਜ਼ੁਲਮ ਬਹੁਤ ਕੀਤੇ ਆ, 1947 ਤੋਂ ਲੈ ਕੇ ਵਾਅਦੇ ਕਰ ਮੁੱਕਰੀ ਹੈ ਕਾਂਗਰਸ। ਚੰਡੀਗੜ੍ਹ ਪੰਜਾਬੀ ਸੂਬਾ ਬਣਾਉਣਾ ਸੀ, ਮਤਾ ਪਾਸ ਕੀਤਾ ਸੀ, ਸਾਰੇ 13 ਬਣਾਤੇ, ਸਾਡੇ ਵਾਰੀ ਮੁੱਕਰ ਗਈ। ਜਦੋਂ ਦਿੱਤਾ ਵੀ ਫਿਰ ਉਹ ਵੀ ਮੀਂਗੜਾ ਘੋਲ ਕੇ ਲੰਗੜਾ ਦਿੱਤਾ। ਚੰਡੀਗੜ੍ਹ ਨਹੀਂ ਦਿੱਤਾ, ਹਲੇ ਪੰਜਾਬੀ ਬੋਲਦੇ ਇਲਾਕੇ ਨਹੀਂ ਦਿੱਤੇ, ਸਾਡੇ ਡੈਮ ਖੋਲੇ। ਫਿਰ ਅਕਾਲ ਤਖਤ ਸਾਹਿਬ ਤੇ ਹਮਲਾ, ਹਜ਼ਾਰਾਂ ਲੋਕ ਮਾਰੇ ਬੇਗੁਨਾਹ ਵਿਚਾਰੇ, ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ। ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ, ਸਾਰੇ ਮੁਲਕ 'ਚ ਕੀ ਹਾਲ ਕੀਤਾ ਸਿੱਖਾਂ ਦਾ, ਪੰਜਾਬੀਆਂ ਦਾ। ਸੋ ਇਸ ਕਰਕੇ ਕਾਂਗਰਸ ਨਾਲ ਤਾਂ ਅਸੀਂ ਜਾ ਨਹੀਂ ਸਕਦੇ, ਜੋ ਮਰਜ਼ੀ ਹੋਵੇ। ਦੂਜੇ ਪਾਸੇ ਐਨਡੀਏ ਨਾਲ ਸਾਡਾ ਕੋਈ ਬਹੁਤਾ ਹੈ ਨਹੀਂ, ਕੁਝ ਗੱਲਾਂ ਤੇ ਸਾਡੇ ਮਤਭੇਦ ਹੈਗੇ ਉਹਨਾਂ ਨਾਲ। ਜੇ ਉਹ ਠੀਕ ਹੋ ਜਾਣਗੇ ਤਾਂ ਫਿਰ ਅਸੀਂ ਐਨਡੀਏ ਜਾ ਸਕਦੇ ਹਾਂ, ਨਹੀਂ ਠੀਕ ਹੋਏ ਤਾਂ ਫਿਰ ਇਕੱਲੇ ਲੜ ਲਾਂਗੇ, ਤਾਂ ਕਿਹੜਾ ਫਰਕ ਪੈਂਦਾ। ਬਹੁਜਨ ਸਮਾਜ ਪਾਰਟੀ ਹੈਗੀ ਹੈ, ਹੋਰ ਵੇਖ ਲਾਂਗੇ ਕੋਈ ਨਾਲ ਸਾਥੀ ਜਿਹੜੇ ਕੋਈ ਹੋਏ ਉਹਨਾਂ ਨਾਲ। ਤਾਂ ਲੱਗਦਾ ਹੱਲੇ ਵੀ ਤੁਸੀਂ ਐਨਡੀਏ ਦਾ ਹਿੱਸਾ ਬਣ ਸਕਦੇ, ਬੀਜੇਪੀ ਨਾਲ ਫਿਰ ਪੁਰਾਣੀ ਸਾਂਝ ਕਾਇਮ ਹੋ ਸਕਦੀ। ਮੇਰੇ ਕੁਛ ਜਿਹੜੇ ਮਸਲੇ ਨੇ ਪੰਜਾਬ ਦੇ, ਜੇ ਐਨਡੀਏ ਉਹਨਾਂ ਨੂੰ ਮੰਨ ਲੈਂਦਾ ਹੈ, ਜਿਵੇਂ ਬੰਦੀ ਸਿੱਖਾਂ ਦਾ ਮਸਲਾ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਆਪ ਕਿਹਾ ਸੀ ਕਿ ਅਸੀਂ ਛੱਡ ਦਿਆਂਗੇ ਇਹਨਾਂ ਨੂੰ, ਨਹੀਂ ਜਿਹਨਾਂ ਦੀ ਕੈਦ ਪੂਰੀ ਹੋ ਗਈ, ਸਜ਼ਾ ਹੀ ਦੇਣੀ ਹੁੰਦੀ ਹੈ ਨਾ ਆਪਾਂ। ਜਿਹਦੀ ਸਜ਼ਾ ਪੂਰੀ ਹੋ ਚੁੱਕੀ ਹੈ, ਜੋ ਕਾਨੂੰਨ ਕਹਿੰਦਾ ਸਾਡਾ, ਤੇ ਉਸ ਤੋਂ ਬਾਅਦ ਉਹ ਜ਼ੁਲਮ ਹੈ, ਉਹਨਾਂ ਦਾ ਇੱਕ ਕਿਸਮ ਦਾ ਪਾਪ ਹੈ। ਉਹਨਾਂ ਨੂੰ ਅਦਾਲਤਾਂ ਦੇ ਵਿੱਚ ਰੱਖਣਾ, ਜੇਲ੍ਹਾਂ ਦੇ ਵਿੱਚ ਰੱਖਣਾ ਤਾਂ ਪਾਪ ਹੈ ਇੱਕ ਕਿਸਮ ਦਾ, ਉਹਨਾਂ ਨੂੰ ਬੰਦਿਆਂ ਨੂੰ ਵਿਚਾਰਿਆਂ ਨੂੰ। ਸੋ ਉਹਨਾਂ ਨੂੰ ਇੱਕ ਉਹ ਹੈ। ਫਿਰ ਪੰਜਾਬ ਦੇ ਮਸਲੇ ਨੇ, ਗੁਰਦੁਆਰਿਆਂ ਦੇ ਮਸਲੇ ਨੇ, ਇਹ ਪਾਣੀਆਂ ਦੇ ਮਸਲੇ ਨੇ। ਕੁਝ ਮਸਲੇ ਜੇ ਬੈਠ ਕੇ ਬੀਜੇਪੀ ਪੰਜਾਬ ਨੂੰ ਇਨਸਾਫ ਦੇ ਦੂਗੀ ਤਾਂ ਫਿਰ ਕੋਈ ਸਾਡਾ ਉਹਨਾਂ ਨਾਲ ਕੋਈ ਸਾਡੇ ਜਾਤੀ ਮਤਭੇਦ ਤਾਂ ਹੈ ਨਹੀਂ। ਅਸੀਂ ਇਕੱਠੇ ਰਹੇ ਹਾਂ ਪਹਿਲਾਂ ਹੀ ਬਹੁਤ ਚਿਰ, ਸਾਨੂੰ ਉਹ ਜ਼ਿਆਦਾ ਬੈਟਰ ਹੈਗਾ ਜੇ ਉਹ ਪੰਜਾਬ ਦੇ ਕੁਝ ਮਸਲੇ ਹੱਲ ਕਰ ਦਿੰਦੇ ਨੇ। ਤੁਹਾਡੀ ਲੋੜ ਹੈ ਕਿ ਜਾਂ ਉਹਨਾਂ ਦੀ ਲੋੜ ਹੈ ਤੁਸੀਂ ਜੀ? ਮੈਂ ਸਮਝਦਾ ਲੋੜ ਤਾਂ ਦੋਨਾਂ ਨੂੰ ਹੀ ਸਮਝ ਲਓ। ਇੱਕ ਗੱਲ ਸਪਸ਼ਟ ਹੈ, ਵੀ ਜੋ ਮਰਜ਼ੀ ਅੱਜ ਡੀਂਗਾ ਮਾਰੀ ਜਾਣ, ਕੱਲ੍ਹ ਤਾਂ ਮੈਂ ਕਹਿ ਨਹੀਂ ਸਕਦਾ ਕੀ ਹੋਣਾ। ਆਹ ਪਾਰਲੀਮੈਂਟ ਦੇ ਵਿੱਚ ਤਾਂ ਜੇ ਬੀਜੇਪੀ ਸਾਡੇ ਨਾਲ ਨਹੀਂ ਰਲੀ, ਇੱਕ ਵੀ ਸੀਟ ਨਹੀਂ ਉਹਨਾਂ ਨੂੰ ਆਉਣੀ। ਇੱਕ ਵੀ ਮੈਂ ਅੱਜ ਕਹਿ ਦਿੰਦਾ ਇਸ ਟੀਵੀ ਦੇ ਉੱਤੋਂ, ਬੀਜੇਪੀ ਨੂੰ ਕੋਈ ਸੀਟ ਨਹੀਂ ਆਉਣੀ। ਤੁਹਾਨੂੰ ਅਕਾਲੀ ਦਲ ਨੂੰ ਸੀਟਾਂ ਆ ਸਕਦੀਆਂ ਨੇ, 3-4 ਸੀਟਾਂ ਅਕਾਲੀ ਦਲ ਫਿਰ ਵੀ ਲੈ ਜਾਊਗਾ, ਮਾੜੀ ਪੋਜੀਸ਼ਨ 'ਚ ਵੱਧ ਵੀ ਲੈ ਸਕਦਾ, ਤਾਂ ਹਾਲਾਤ ਤੇ ਨਿਰਭਰ ਕਰੂਗਾ। ਪਰ 3-4 ਸੀਟਾਂ ਤਾਂ ਮੈਂ ਕਹਿੰਦਾ ਵੀ ਅਕਾਲੀ ਦਲ ਦੀਆਂ ਫਿਰ ਵੀ ਵੱਟ ਤੇ ਪਈਆਂ ਨੇ, ਜੇ ਇੰਨੀ ਮਾੜੀ ਸਥਿਤੀ 'ਚ। ਜੇ ਅਸੀਂ ਇਕੱਠੇ ਹੋ ਜਾਂਦੇ ਹਾਂ ਦੋਨੇ, ਸਾਡੀਆਂ ਮਸਲੇ ਸਾਰੇ ਹੱਲ ਹੋ ਜਾਂਦੇ ਤੇ ਅਸੀਂ ਇਕੱਠੇ ਹੋ ਜਾਂਦੇ ਹਾਂ, ਸਾਡੀਆਂ ਸੀਟਾਂ ਵੀ ਸੈਂਟਰ 'ਚ ਤਾਂ ਬੀਜੇਪੀ ਨੂੰ ਹੀ ਜਾਣਗੀਆਂ ਨਾ, ਉਹਨਾਂ ਦੇ ਖਾਤੇ 'ਚ ਹੀ ਪੈਣਗੀਆਂ ਨਾ। ਫਿਰ ਘੱਟੋ ਘੱਟ 10 ਸੀਟਾਂ ਪੰਜਾਬ 'ਚ ਗੱਠਜੋੜ ਜਿੱਤ ਜੂਗਾ। ਤੁਹਾਨੂੰ ਲੱਗਦਾ ਕਿ ਪੰਜਾਬ ਦੀ ਬਿਹਤਰੀ ਵਾਸਤੇ ਤੁਹਾਡਾ ਗੱਠਜੋੜ ਜ਼ਿਆਦਾ ਬੈਸਟ ਹੈਗਾ ਬੀਜੇਪੀ ਨਾਲ? ਪੰਜਾਬ ਦੀ ਬਿਹਤਰੀ ਵਾਸਤੇ ਵੀ ਤੇ ਦਿੱਲੀ ਦੀ ਬਿਹਤਰੀ ਵਾਸਤੇ ਵੀ, ਦੇਸ਼ ਦੇ ਵਾਸਤੇ ਵੀ। ਜੇ ਅਕਾਲੀ ਦਲ ਦਾ ਤੇ ਬੀਜੇਪੀ ਦਾ ਗੱਠਜੋੜ ਹੁੰਦਾ ਹੈ, ਭਾਈਚਾਰਕ ਸਾਂਝ ਵੀ ਪੱਕੀ ਹੁੰਦੀ ਹੈ, ਮਸਲੇ ਵੀ ਹੱਲ ਹੁੰਦੇ ਨੇ। ਬੀਜੇਪੀ ਨਾਲ ਸਾਡੇ ਕੋਈ ਕੁਛ ਹਾਲਤ ਹੀ ਇਹੋ ਜਿਹੀ ਵੀ ਗੱਲ ਹੈ ਨਹੀਂ ਕਿ ਉਹਨਾਂ ਨੇ ਕੋਈ ਸਾਡੇ ਤੇ ਕੋਈ ਜ਼ੁਲਮ ਕੀਤੇ ਹੋਣ। ਸੋ ਇਸ ਕਰਕੇ ਬੀਜੇਪੀ ਵਾਲਾ ਜਿਹੜਾ ਐਨਡੀਏ ਹੈ, ਉਹ ਗਰੁੱਪ ਹੈ, ਉਹ ਸਾਨੂੰ ਜ਼ਿਆਦਾ ਸੂਟ ਕਰਦਾ। ਕਾਂਗਰਸ ਇਹਦੇ 'ਚ ਨਾ ਹੋਵੇ ਇੰਡੀਆ 'ਚ, ਫਿਰ ਸਾਨੂੰ ਇਹ ਵੀ ਸ਼ੂਟ ਕਰਦਾ, ਫਿਰ ਕੋਈ ਪ੍ਰੋਬਲਮ। ਪਰ ਪ੍ਰਧਾਨ ਮੰਤਰੀ ਬਾਰੇ ਤੇ ਚਰਚਾ ਇਹ ਹੈਗੀ ਨਾ, ਉਹ ਕਹਿੰਦੇ ਕਿ ਪ੍ਰਕਾਸ਼ ਸਿੰਘ ਬਾਦਲ ਦੇ ਜਾਂ ਸ਼੍ਰੋਮਣੀ ਅਕਾਲੀ ਦਲ ਅਗਲੇ ਵਾਰਿਸ ਤੇ ਸੁਖਦੇਵ ਸਿੰਘ ਢੀਂਡਸਾ ਸਾਹਿਬ ਹੀ ਨਹੀਂ। ਚਲੋ ਉਹ ਤਾਂ ਜਦੋਂ ਫਰਕ ਪੈ ਜੇ ਕਿਸੇ ਗੱਲ ਦਾ, ਉਹ ਤਾਂ ਫਿਰ ਇਹੋ ਜਿਹੀਆਂ ਗੱਲਾਂ ਹੁੰਦੀਆਂ ਵੀ ਉਹ ਸਾਰੀਆਂ ਗੱਲਾਂ ਦਾ ਉਹਨਾਂ ਨੂੰ ਪਤਾ ਹੈ ਕਿ ਪੰਜਾਬ 'ਚ ਕੌਣ ਤਕੜਾ ਹੈ, ਕੌਣ ਮਾੜਾ ਹੈ। ਇਹ ਗੱਲਾਂ ਉਹਨਾਂ ਨੂੰ ਕੋਈ ਜਵਾਕ ਤਾਂ ਹੈ ਨਹੀਂ, ਦੇਸ਼ ਚਲਾ ਰਹੇ ਆ, ਐਡੇ ਵੱਡਾ ਦੇਸ਼ ਨੂੰ ਚਲਾ ਰਹੇ ਆ, ਉਹਨੂੰ ਸਾਰੇ ਸੂਬਿਆਂ ਬਾਰੇ, ਸਾਰੀਆਂ ਪਾਰਟੀਆਂ ਬਾਰੇ ਉਹਨੂੰ ਨੌਲੇਜ ਹੈ। ਅਕਾਲੀ ਦਲ ਬਿਨਾਂ ਨਹੀਂ ਸੀਟ ਆਏਗੀ ਉਹਨਾਂ ਨੂੰ ਪੰਜਾਬ 'ਚ, ਜਿਹਦੇ ਨਾਲ ਮਰਜ਼ੀ ਰਲ ਜਾਣ, ਚਾਹੇ ਢੀਂਡਸਾ ਸਾਹਿਬ ਨਾਲ ਰਲ ਜਾਣ, ਚਾਹੇ ਕਿਸੇ ਨਾਲ ਹੋਰ ਰਲ ਜਾਣ, ਪੰਜਾਬ 'ਚ ਸੀਟ ਕੋਈ ਆਏਗੀ ਨਹੀਂ ਉਹਨਾਂ ਨੂੰ ਸਾਡੇ ਬਿਨਾਂ। ਤਾਂ ਲੱਗਦਾ ਸਮਝੌਤਾ ਹੋ ਸਕਦਾ, ਕੋਈ ਮੀਟਿੰਗ ਹੋਈ ਕਿ ਹਲੇ ਸਾਰੇ ਖਿਆਲ ਹੀ ਨੇ? ਨਹੀਂ, ਛੋਟੀਆਂ ਮੋਟੀਆਂ ਗੱਲਾਂ ਬਾਤਾਂ ਪਾਰਟੀ ਦੇ ਵਰਕਰਾਂ ਦੀਆਂ ਆਪੀ ਦੀ, ਕਿਉਂਕਿ ਸਾਡੇ ਉਹਨਾਂ ਨਾਲ ਕੋਈ ਮਤਭੇਦ ਤਾਂ ਹੈ ਨਹੀਂ ਗਿਆ ਆਪੀ ਦੀ, ਨਾ ਕੋਈ ਲੜਾਈ ਹੈ ਨਾ ਝਗੜਾ ਵਰਕਰਾਂ ਦਾ। ਤਾਂ ਤੇ ਉਹ ਜਿਹੀਆਂ ਗੱਲਾਂ ਆਪੀ ਦੀ ਹੁੰਦੀਆਂ ਰਹਿੰਦੀਆਂ, ਇਕੱਠੇ ਹੁੰਦੇ ਆ, ਜਦੋਂ ਕਦੇ ਮਿਲ ਜਾਂਦੇ ਆ ਇੱਕ ਦੂਜੇ ਨੂੰ, ਕਦੇ ਵਿਆਹ ਸ਼ਾਦੀ 'ਚ ਇਕੱਠੇ ਹੋ ਗਏ, ਕਦੇ ਵੈਸੇ ਹੋ ਗਏ, ਉਹ ਮਿਲਦੇ ਰਹਿੰਦੇ, ਰਾਏ ਕਰਦੇ।
ਦੋਨੇ ਪਾਰਟੀਆਂ ਦੇ ਵਰਕਰਾਂ ਦੇ ਮਨ ਦੀ ਵੀ ਇਹੀ ਗੱਲ ਹੈ। ਬੀਜੇਪੀ ਦੇ ਵਰਕਰਾਂ ਨਾਲ ਜਦੋਂ ਇਕੱਠੇ ਹੋ ਜਾਂਦੇ ਆ ਉਹ ਵੀ ਕਹਿੰਦੇ ਵੀ ਯਾਰ ਸਮਝੌਤੇ ਬਿਨਾਂ ਗੁਜ਼ਾਰਾ ਨਹੀਂ। ਅਕਾਲੀ ਦਲ ਦੇ ਵਰਕਰ ਵੀ ਕਹਿੰਦੇ ਆ ਸਮਝੌਤੇ ਬਿਨਾਂ ਗੁਜ਼ਾਰਾ ਨਹੀਂ। ਵਰਕਰ ਸਾਰੇ ਚਾਹੁੰਦੇ ਆ ਦੋਨਾਂ ਪਾਰਟੀਆਂ ਦੇ ਕਿ ਸਮਝੌਤਾ ਹੋ ਜੇ, ਚੰਗੀ ਗੱਲ ਆ ਪੰਜਾਬ ਦੀ। ਸੋ ਵਰਕਰਾਂ ਦੀ ਮੰਗ ਤਾਂ ਹੈਗੀ ਹੈ, ਪਰ ਮਸਲਾ ਉੱਥੇ ਹੀ ਫੇਰ ਆ ਕੇ ਖੜ ਜਾਂਦਾ ਹੈ ਕਿ ਇਸ ਵੇਲੇ ਜਿਹੜੀ ਸਥਿਤੀ ਪੈਦਾ ਹੋ ਗਈ ਹੈ ਪੰਜਾਬ ਦੀ, ਉਹਦੇ 'ਚ ਭਾਰਤੀ ਜਨਤਾ ਪਾਰਟੀ ਨੂੰ ਕਹਿ ਲਓ ਜਾਂ ਮੋਦੀ ਜੀ ਨੂੰ ਮੈਂ ਤਾਂ ਬੇਨਤੀ ਕਰਦਾ ਕਿ ਉਹਨਾਂ ਦਾ ਵੱਡਾ ਦਿਲ ਕਰਕੇ ਪੰਜਾਬ ਦੇ ਜਿਹੜੇ ਕੁਝ ਮਸਲੇ ਨੇ ਉਹ ਉਹਨਾਂ ਨੂੰ ਹੱਲ ਕਰ ਦੇਣੇ ਚਾਹੀਦੇ ਆ। ਫਿਰ ਸਮਝੌਤਾ ਵੀ ਹੋ ਜਾਏਗਾ ਤੇ ਫਿਰ ਦੋਨਾਂ ਪਾਰਟੀਆਂ ਨੂੰ ਤੇ ਸਟੇਟ ਨੂੰ ਵੀ ਫਾਇਦਾ, ਦੇਸ਼ ਨੂੰ ਵੀ ਫਾਇਦਾ, ਦੋਨਾਂ ਪਾਰਟੀਆਂ ਨੂੰ ਵੀ ਫਾਇਦਾ। ਜਿਹੜਾ ਵਿੱਚ ਥੋੜ੍ਹਾ ਜਿਹਾ ਫਰਕ ਪਿਆ ਉਹ ਵੀ ਠੀਕ ਹੋ ਜਾਏਗਾ ਫਿਰ। ਪਰ ਬੀਜੇਪੀ ਵਾਲੀ ਕਹਿੰਦੇ ਛੋਟੇ ਭਰਾ ਵਾਲੀ ਪੋਜੀਸ਼ਨ ਨਹੀਂ ਰਹਿ ਗਈ, ਵੱਡੇ ਭਰਾ ਵਾਲੀ ਭੂਮਿਕਾ ਨਿਭਾਵਾਂਗੇ। ਚਲੋ ਉਹ ਤਾਂ ਫਿਰ ਅਗਲੇ ਨੇ ਕਹਿਣਾ ਹੀ ਹੁੰਦਾ, ਉਹਨਾਂ ਦੇ ਵਰਕਰ ਕਹਿੰਦੇ ਆ, ਮੈਂ ਕੋਈ ਇਹਦੇ 'ਚ ਨਹੀਂ ਪੈਂਦਾ ਛੋਟੇ ਵੱਡੇ ਵਾਲੀ ਗੱਲ 'ਚ। ਦਿੱਲੀ 'ਚ ਸਾਡੇ ਉਹ ਵੱਡੇ ਭਰਾ ਹੀ ਨੇ, ਕੋਈ ਦੋ ਰਿਆਂ ਨਹੀਂ। ਉਹਨਾਂ ਦੀ ਗੱਲ ਅਸੀਂ ਮੰਨ ਲੈਂਦੇ ਹਾਂ ਜਿਹੜੀ ਤੁਸੀਂ ਕਹਿੰਦੇ ਆ। ਕਹਿੰਦੇ ਪੰਜਾਬ 'ਚ ਹੀ ਵੱਡੇ ਭਰਾ ਰਵਾਂਗੇ ਨਾ। ਨਹੀਂ, ਦਿੱਲੀ 'ਚੋਂ ਸਾਡੇ ਵੱਡੇ ਭਰਾ ਨੇ, ਇੱਥੇ ਅਸੀਂ ਵੱਡੇ ਭਰਾ ਆ ਉਹਨਾਂ ਦੇ। ਇਹ ਸੱਚ ਹੈ ਜਿਹੜੀ ਗੱਲ ਹੈ। ਬਾਕੀ ਤੋਂ ਐਵੇਂ ਚਲੋ ਕਈ ਵਾਰੀ ਬੰਦਾ ਕਹਿ ਲੈਂਦਾ ਹੁੰਦਾ, ਕਹਿਣ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ। ਜਦੋਂ ਇਕੱਠੇ ਬੈਠਾਂਗੇ ਸਾਰੇ ਮਸਲੇ ਹੱਲ ਹੋ ਜਾਣਗੇ। ਪਰ ਸਾਡੇ ਨਾਲੋਂ ਵੀ ਪਹਿਲਾਂ ਜਿਹੜੇ ਮਸਲੇ ਆ, ਪੰਜਾਬ ਦੇ ਜਿਹੜੇ ਮਸਲੇ ਆ ਨਾ, ਜਿਹੜੇ ਮੈਂ ਤੁਹਾਨੂੰ ਕਿਹਾ ਵੀ ਬੰਦੀ ਸਿੰਘਾਂ ਦਾ ਮਸਲਾ ਹੈ, ਸ਼੍ਰੋਮਣੀ ਕਮੇਟੀ ਦਾ ਮਸਲਾ ਹੈ, ਪਾਣੀਆਂ ਦਾ ਮਸਲਾ ਹੈ, ਚੰਡੀਗੜ੍ਹ ਦਾ ਮਸਲਾ ਹੈ, ਇਹ ਕੁਝ ਮਸਲੇ ਜਿਹੜੇ ਖੜੇ ਆ ਸਿਰ ਤੇ, ਇਹ ਠੀਕ ਕਰਨੇ ਪੈਣਗੇ। ਪਰ ਇਹ ਜਿਹੜੇ ਤੁਸੀਂ ਮਸਲੇ ਕਾਂਗਰਸ ਤੋਂ ਲੈ ਕੇ ਹੁਣ ਤੱਕ ਚਲੇ, ਇਹ ਤੇ ਬਸ ਇਹ ਤੇ ਗੱਲਾਂ 'ਚ ਹੀ ਰਹਿ ਜਾਣੇ, ਇਤਿਹਾਸ ਬਣ ਕੇ ਰਹਿ ਗਿਆ। ਇਹ ਨਾ ਕਹਿੰਦੇ 100 ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ। ਇਹ ਕਿੱਥੇ ਚੰਡੀਗੜ੍ਹ ਪੰਜਾਬ ਨੂੰ ਮਿਲ ਜੂਗਾ ਜੀ? ਨਹੀਂ, ਕਈ ਗੱਲਾਂ ਮਿਲਣ ਨੂੰ ਤਾਂ ਕੁਝ ਵੀ ਨਹੀਂ ਹੈਗਾ। ਮਿਲਣ ਨੂੰ ਕੀ ਹੈ? ਚੰਡੀਗੜ੍ਹ ਸਾਰੇ ਸੂਬਿਆਂ ਨੂੰ, ਜਿਹੜੇ ਪਹਿਲਾਂ ਸੀ ਰਾਜਧਾਨੀ ਉਹਨਾਂ ਕੋਲੇ ਰਹੀ ਹੈ, ਤੇ ਫਿਰ ਸਾਡੇ ਨਾਲ ਹੀ ਵਿਤਕਰਾ ਕਿਉਂ? ਮੈਂ ਉਹੀ ਗੱਲ ਫਿਰ ਕਹਿਤੀ ਕਿ ਮੋਦੀ ਸਾਹਿਬ 'ਚ ਵਿੱਚ ਸ਼ਕਤੀ ਹੈ। ਮੋਦੀ ਸਾਹਿਬ ਕੋਲ ਜੇ ਇੰਨੀ ਪਾਵਰ ਆ, ਉਹ ਫੈਸਲਾ ਲੈ ਸਕਦਾ ਹੈ, ਉਹ ਇਨਸਾਫ ਦੇ ਸਕਦਾ ਹੈ, ਤੇ ਸਾਨੂੰ ਇਨਸਾਫ ਦੇਣਾ ਚਾਹੀਦਾ। ਜਿਹੜੇ ਸਾਡੇ ਨਾਲ ਧੱਕੇ ਹੋਇਆ, ਸਾਨੂੰ ਇਨਸਾਫ ਪਿਛਲਾ ਤਾਂ ਕੀ ਦੇਣਾ ਸੀ, ਨਵੇਂ ਧੱਕੇ ਸ਼ੁਰੂ ਕਰ ਲਏ। ਆ ਸ਼੍ਰੋਮਣੀ ਕਮੇਟੀ ਤੋੜਤੀ ਤੁਹਾਡੇ ਸਾਹਮਣੇ, ਜਿਹੜੀ ਕਿ ਪਾਰਲੀਮੈਂਟ ਦੀ ਬਣਾਈ ਹੋਈ ਆ, ਨਹਿਰੂ ਦਾ ਤੇ ਮਾਸਟਰ ਤਾਰਾ ਸਿੰਘ ਦੀ ਸੰਧੀ ਨਾਲ ਬਣੀ ਆ ਸਾਰਾ ਕੁਝ, ਇਹ ਤੋੜਤੀ, ਨਵਾਂ ਪੰਗਾ ਕਰਤਾ। ਸਾਡੇ ਭਾਖੜਾ ਬੋਰਡ ਦੇ ਜਿਹੜੇ ਮੈਨੇਜਮੈਂਟ ਬੋਰਡ 'ਚੋਂ ਸਾਡਾ ਚੀਫ ਕੱਢਤਾ, ਚੰਡੀਗੜ੍ਹ 'ਚ ਹਰਿਆਣੇ ਨੂੰ ਜਗ੍ਹਾ ਦੇਣੀ ਸ਼ੁਰੂ ਕਰਤੀ। ਇਹ ਨਵੇਂ ਪੰਗੇ ਤਾਂ ਨਾ ਕਰਨ, ਚੱਲ ਪੁਰਾਣੇ ਤਾਂ ਜਿਹੜੇ ਚੱਲਦਾ ਇਹਨੇ ਤਾਂ ਨਵੇਂ ਸ਼ੁਰੂ ਕਰ ਲਏ। ਜਿਹੜੇ ਹੋਰ ਵਿਗਾੜਨ ਵਾਲੇ ਪਾਸੇ ਨੂੰ ਤੁਰ ਪਏ ਨੇ, ਸੂਤ ਕਰਨ ਵਾਲੇ ਪਾਸੇ। ਤਾਂ ਇਨਸਾਫ ਦੇਣਾ ਦੇਸ਼ ਦੀ ਗੌਰਮੈਂਟ ਦਾ ਹੱਕ ਨਹੀਂ, ਦੇਸ਼ ਦੇ ਪ੍ਰਧਾਨ ਮੰਤਰੀ ਦਾ ਹੱਕ ਨਹੀਂ ਇਨਸਾਫ ਦੇਵੇ। ਜਿੱਥੇ ਕਿਸੇ ਨਾਲ ਧੱਕਾ ਹੋਇਆ, ਕਿਸੇ ਕਮਿਊਨਿਟੀ ਨਾਲ ਹੋਇਆ, ਕਿਸੇ ਨਾਲ ਵੀ ਹੋਇਆ, ਤੇ ਅਸੀਂ ਤਾਂ ਇਨਸਾਫ ਹੀ ਮੰਗਦੇ ਹਾਂ, ਕੋਈ ਅਸੀਂ ਵੱਖਰਾ ਤਾਂ ਨਹੀਂ ਮੰਗਦੇ ਕੋਈ ਚੀਜ਼। ਦੇਸ਼ ਅੰਦਰ ਇੱਕ ਚਰਚਾ ਹੈਗੀ ਹੈ ਕਿ ਜਦੋਂ ਦੀ ਸੈਂਟਰ ਦੇ ਵਿੱਚ ਬੀਜੇਪੀ ਆਈ ਹੈ, ਮਿਨੋਰਟੀ ਖੌਫ ਦੇ ਵਿੱਚ ਆ, ਡਰ ਦੇ ਮਾਹੌਲ 'ਚ ਆ, ਖਤਰੇ 'ਚ ਆ। ਅਕਾਲੀ ਦਲ ਮਿਨੋਰਟੀ ਦੀ ਇੱਕ ਜਮਾਤ ਆ, ਫਿਰ ਬੀਜੇਪੀ ਨਾਲ ਪਿੰਗਾ ਪਾਉਣ ਨੂੰ ਫਿਰਦੀ ਹੈਗੀ, ਕਿਉਂ? ਦੇਖੋ, ਇੱਕ ਤਾਂ ਜਿਹੜਾ ਅਕਾਲੀ ਦਲ ਹੈ, ਇਹ ਸ਼ਹੀਦਾਂ ਦੀ ਜਥੇਬੰਦੀ, ਇਹ ਡਰਦੀ ਡਰਦੀ ਤਾਂ ਹੈ ਨਹੀਂ। ਨਾ ਇਹ ਮੁਗਲਾਂ ਤੋਂ ਡਰੀ ਹੈ, ਜਦੋਂ ਕਿ ਘਰ ਘਾਟ ਹੀ ਨਹੀਂ ਹੁੰਦਾ ਸੀ, ਜਿੱਥੇ ਵੱਢ ਲਿਆਓ ਸਿੱਖ ਸਿਰ ਵੱਢ ਲਿਆਓ, ਜਿੱਥੇ ਸਿੱਖ ਤੇ ਆਉਂਦਾ। ਇਹ ਕੌਮ ਉਦੋਂ ਨਹੀਂ ਡਰੀ। ਨਾ ਇਹ ਅੰਗਰੇਜ਼ਾਂ ਤੋਂ ਡਰੀ, ਨਾ ਇਹ ਕਾਂਗਰਸ ਤੋਂ ਡਰੀ, ਨਾ ਇਹ ਬੀਜੇਪੀ ਤੋਂ ਡਰੇ। ਡਰਦੀ ਤਾਂ ਹੈ ਨਹੀਂ। ਅਕਾਲੀ ਦਲ ਤਾਂ ਡਰਦਾ ਨਹੀਂ, ਨਾ ਕੋਈ ਡਿੱਕਾ। ਹਾਂ, ਸਮਝੌਤਾ ਅਸੂਲਾਂ ਤੇ ਹੋਣਾ ਹੈ। ਸਾਡੇ ਕੁਝ ਗੱਲਾਂ ਉਹਨਾਂ ਨਾਲ ਮਿਲਦੀਆਂ ਨੇ। ਕਾਂਗਰਸ ਨਾਲ ਜਿਵੇਂ ਮੈਂ ਤੁਹਾਨੂੰ ਦੱਸਤਾ ਕਿ ਦੋ ਹੀ ਪਾਰਟੀਆਂ ਨੇ ਨਾ ਇਸ ਵੇਲੇ ਵੱਡੀਆਂ ਤਾਂ ਹਿੰਦੁਸਤਾਨ ਦੇ ਵਿੱਚ, ਇੱਕ ਪਾਸੇ ਬੀਜੇਪੀ ਹੈ, ਇੱਕ ਪਾਸੇ ਕਾਂਗਰਸ ਹੈ। ਕਾਂਗਰਸ ਹੁਣ ਕਮਜ਼ੋਰ ਹੋ ਗਈ ਹੈ, ਉਹਦੇ ਨਾਲ ਹੋਰ ਰਲੀਆਂ ਨੇ ਕਿੰਨੀਆਂ ਪਾਰਟੀਆਂ। ਪਰ ਸਾਡੇ ਜਿਹੜੇ ਬੁਨਿਆਦੀ ਮਤਭੇਦ ਨੇ ਉਹੀ ਹੈ ਨਾ, ਵੀ ਕਾਂਗਰਸ ਵਾਅਦੇ ਕਰ ਮੁੱਕਰਦੀ ਰਹੀ। ਅਖੀਰ ਉਹ ਆਪਰੇਸ਼ਨ ਬਲੂ ਸਟਾਰ ਵਾਲੀ ਗੱਲ ਆ ਗਈ, ਤੇ ਦਿੱਲੀ ਸਿੱਖਾਂ ਦੇ ਕਤਲਾਮ ਵਾਲੀ ਗੱਲ ਆ ਗਈ। ਉਹ ਤਾਂ ਹੱਦ ਸਿਰੇ ਲੱਗ ਗਈ ਨਾ। ਫਿਰ ਉਹਦੇ ਨਾਲ ਰਲਣਾ, ਉਹ ਤਾਂ ਫਿਰ ਨਾ ਜਿਉਣਾ ਚੰਗਾ। ਰਾਜ ਭਾਗ ਨਹੀਂ ਆਉਂਦਾ, ਨਾ ਆਵੇ ਤਾਂ ਕੀ ਫਰਕ ਪੈਂਦਾ। ਉਹਦੇ ਨਾਲ ਤਾਂ ਨਹੀਂ ਰਲਿਆ ਜਾਂਦਾ ਸਾਥੋਂ। ਬੀਜੇਪੀ ਨਾਲ ਸਾਡਾ ਕੋਈ ਇਹੋ ਜਿਹਾ ਮਤਭੇਦ ਨਹੀਂ ਹੈਗਾ। ਖਤਮ ਤਾਂ ਪਰਮਾਤਮਾ ਨਾ ਕਿਸੇ ਨੂੰ ਕਰੇ, ਕੋਈ ਕਿਸੇ ਨੂੰ ਖਤਮ ਨਹੀਂ ਕਰ ਸਕਦਾ ਹੁੰਦਾ, ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲੇ। ਨਾ ਸਾਡੇ ਦੇਸ਼ ਦੇ ਵਿੱਚ ਇਹੋ ਜਿਹਾ ਧਰਮ ਦੇ ਆਧਾਰ ਤੇ ਕੋਈ ਏਜੰਡਾ ਚੱਲੇਗਾ। ਕੋਈ ਵੀ ਚਲਾਵੇ, ਚੱਲੇਗਾ ਨਹੀਂ ਉਹਦਾ। ਐਵੇਂ ਬੀਜੇਪੀ ਵਾਲੇ ਵੀ ਐਵੇਂ ਜਾਣ ਕੇ ਹਿੰਦੂਆਂ ਦੀਆਂ ਵੋਟਾਂ ਲੈਣ ਦੇ ਮਾੜਾ ਮੋਟਾ ਕਰ ਲੈਂਦੇ ਆ। ਇਹਨਾਂ ਨੂੰ ਵੀ ਪਤਾ ਹੈ ਸਾਰੀ ਗੱਲ ਦਾ। ਕਦੇ ਵੀ ਇਹੋ ਜਿਹੀ ਗੱਲ ਧਰਮ ਦੇ ਨਾਂ 'ਤੇ ਹਿੰਦੁਸਤਾਨ 'ਚ ਨਹੀਂ ਚੱਲੇਗੀ। ਸਾਰਾ ਮੁਲਕ ਖੜਾ ਹੋ ਜਾਏਗਾ। ਸੋ ਇਹ ਸਾਨੂੰ ਪਰ ਡਰ ਕੋਈ ਨਹੀਂ ਲੱਗਦਾ ਕਿਸੇ ਤੋਂ। ਅਸੀਂ ਆਪਣੇ ਸਮਰਥ ਹਾਂ ਆਪਦੀ ਰਾਖੀ ਕਰਨ ਵਾਸਤੇ। ਅੱਛਾ, ਇੱਕ ਪੰਜਾਬ ਸਰਕਾਰ ਸੋਚ ਰਹੀ ਹੈ ਕਿ ਫਿਰ ਜਿਹੜੀ ਪੰਜਾਬ ਵਿਧਾਨ ਸਭਾ ਸੁਰਜੀਤ ਕੀਤੀ ਜਾਵੇ, ਬਹਾਲ ਕੀਤੀ ਜਾਵੇ। ਸ਼੍ਰੋਮਣੀ ਅਕਾਲੀ ਦਲ ਕਿਵੇਂ ਲੈਦਾ ਸਰਕਾਰ ਦੇ ਇਸ ਫੈਸਲੇ ਨੂੰ? ਜੀ ਦੇਖੋ, ਜਾਤੀ ਤੌਰ 'ਤੇ ਤਾਂ ਮੈਂ ਉਹਦੇ ਖਿਲਾਫ ਹਾਂ ਵੀ ਉਹਦੀ ਕੋਈ ਲੋੜ ਨਹੀਂ ਹੈਗੀ। ਛੋਟਾ ਜਿਹਾ ਸੂਬਾ ਪੰਜਾਬ 'ਚ ਵੀ ਖਰਚਾ ਹੀ ਹੋਣਾ ਹੈ, ਉਹਦਾ ਕੋਈ ਫਾਇਦਾ ਨਹੀਂ ਹੋਣਾ, ਖਰਚਾ ਹੀ ਹੋਣਾ। ਉਹਦੇ ਤਾਂ ਇਹ ਹੁੰਦਾ ਵੀ ਕਈ ਵਾਰੀ ਜਿਵੇਂ ਪਾਰਟੀਆਂ ਚੋਣ ਲੜਦੀਆਂ, ਕੋਈ ਵੱਡੇ ਲੀਡਰ ਹਾਰ ਜਾਂਦੇ ਆ ਚੋਣਾਂ ਦੇ ਵਿੱਚ, ਉੱਥੇ ਫਿਰ ਉਹਨਾਂ ਨੂੰ ਐਡਜਸਟ ਕਰਨਗੇ। ਉਹ ਬਸ ਆਹੀ ਹੈ। ਹੋਰ ਉਹਦਾ ਕੋਈ ਪੰਜਾਬ ਦੇ ਲੋਕਾਂ ਨੂੰ ਮੇਰੀ ਸਮਝ ਕੋਈ ਫਾਇਦਾ ਨਹੀਂ ਹੋਣਾ। ਸਹੀ ਮੈਨੇ 'ਚੋਂ ਬਣੀ ਤਾਂ ਸੀ ਵਿਧਾਨ ਪਰਿਸ਼ਦ, ਤੇ ਜਿਹੜੀ ਰਾਜ ਸਭਾ ਬਣੀ ਹੈ ਨਾ, ਉਹ ਬਣੀਆਂ ਤਾਂ ਭੁੱਲਰ ਸਾਹਿਬ ਹੈਗੀਆਂ ਸੀ ਕਿ ਉਹਦੇ 'ਚ ਵੱਖ-ਵੱਖ ਤਰ੍ਹਾਂ ਦੇ ਵਿਦਵਾਨ ਲੋਕ ਲੈ ਕੇ ਆਉਂਦੇ,
ਜਿਹੜੇ ਕਿ ਵੋਟਾਂ ਰਾਹੀਂ ਜਿੱਤ ਕੇ ਨਹੀਂ ਆ ਸਕਦੇ, ਉਹਨਾਂ ਵਾਸਤੇ ਬਣੀ ਸੀ ਵੀ ਉਹਨਾਂ ਚੰਗੇ ਬੰਦਿਆਂ ਨੂੰ, ਚਾਹੇ ਉਹ ਕਈ ਖੇਤਰਾਂ ਦੇ ਵਿੱਚ, ਕਿਸੇ ਖੇਤਰ ਦੇ ਵਿੱਚ ਵੀ ਨੇ, ਚਾਹੇ ਉਹ ਐਗਰੀਕਲਚਰ ਦੇ ਵਿੱਚ ਨੇ, ਚਾਹੇ ਉਹ ਮੈਡੀਕਲ ਦੇ ਵਿੱਚ ਨੇ, ਚਾਹੇ ਦੂਜੀ 20 ਖੇਤਰ ਨੇ, ਉਹਨਾਂ ਦੇ ਵਿੱਚੋਂ ਲਿਆ ਕੇ ਚੰਗੇ ਬੰਦੇ ਉਹਦੇ 'ਚ ਲਿਆਂਦੇ ਜਾਂਦੇ ਤਾਂ ਕਿ ਉਹ ਸਰਕਾਰ ਨੂੰ ਟੋਕਦੇ ਵੀ ਰਹਿੰਦੇ ਤੇ ਸੁਝਾਅ ਵੀ ਦਿੰਦੇ ਰਹਿੰਦੇ। ਉਹ ਤਾਂ ਬਣਾਈਆਂ ਸੀ, ਪਰ ਉਹਨਾਂ ਨੂੰ ਤਾਂ ਛੱਡਤਾ ਆਪਾਂ। ਉੱਥੇ ਵੀ ਆਪਾਂ ਆਪਣੇ ਬੰਦੇ ਹੀ ਬਾੜਨ ਲੱਗ ਗਏ ਸਾਰੇ, ਜਿਹੜੇ ਹਾਰ ਜਾਂਦੇ ਸੀ ਉਹਨਾਂ ਨੂੰ ਉੱਥੇ ਬਾੜ ਦਿੰਦੇ ਸੀਗੇ। ਫਿਰ ਜੇ ਲੋਕਾਂ ਨੇ ਨਹੀਂ ਚੁਣੇ ਤੇ ਫਿਰ ਉੱਥੇ ਬਾੜ ਕੇ ਕਰਨੇ ਆ। ਸੋ ਮੈਂ ਉਹਦੇ ਜਾਤੀ ਤੌਰ ਦੇ ਹੱਕ 'ਚ ਨਹੀਂ ਹੈਗਾ। ਅੱਛਾ, ਕਿ ਸਰਕਾਰ ਨੂੰ ਕਿਵੇਂ ਦੇਖਦੇ ਹੈਗੇ ਪੰਜਾਬ ਦੇ ਵਿੱਚ ਜੀ? ਜੇ ਤਾਂ ਲੱਗਦਾ ਕਿ ਜੇ ਤੁਹਾਡਾ ਕਿਸੇ ਪਾਸੇ ਗੱਠਜੋੜ ਨਹੀਂ ਹੁੰਦਾ, ਤੇ ਜਿਵੇਂ ਇੰਡੀਆ ਜੋੜ ਦੇ ਵਿੱਚ ਕਾਂਗਰਸ ਵੀ ਹੈ ਤੇ ਆਪ ਵੀ ਹੈ, ਪੰਜਾਬ 'ਚ ਉਹਨਾਂ ਦਾ ਗੱਠਜੋੜ ਹੁੰਦਾ, ਬੀਜੇਪੀ ਇਕੱਲਿਆਂ ਲੜੇਗੀ, ਅਕਾਲੀ ਦਲ ਫਿਰ ਕਿੰਨੇ ਕਿ ਤੁਹਾਨੂੰ ਲੱਗਦਾ ਕਿ ਸਟੈਂਡ ਕਿੰਨਾ ਕੀ ਅਕਾਲੀ ਦਲ ਨੂੰ ਕਿੰਨਾ ਕੀ ਫਾਇਦਾ ਮਿਲੂਗਾ ਜੀ? ਨਹੀਂ, ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਂਦਾ, ਇਕੱਲਾ ਲੜੂਗਾ ਅਕਾਲੀ ਦਲ। ਤੁਸੀਂ ਵੇਖੋ ਕੋਈ ਚੰਗੇ ਰਿਜ਼ਲਟ ਦੇਊਗਾ ਅਕਾਲੀ ਦਲ, ਤਕੜਾ ਹੋ ਕੇ ਲੜੂਗਾ ਪਾਰਲੀਮੈਂਟ ਦੀਆਂ ਚੋਣਾਂ, ਇਹੋ ਜਿਹੀ ਗੱਲ ਨਹੀਂ। ਬੀਜੇਪੀ ਇਹਦਾ ਕਾਂਗਰਸ ਦਾ ਵੀ ਜਿਹੜਾ ਇੰਡੀਆ ਗੱਠਜੋੜ ਹੈ, ਇਹ ਮੈਨੂੰ ਨਹੀਂ ਲੱਗਦਾ ਵੀ ਸਾਰਾ ਇਨ ਵਿਨ ਸਿਰੇ ਚੜ੍ਹੇਗਾ। ਵੇਖੋ ਰਹੂਗਾ ਤਾਂ ਸਹੀ ਗੱਠਜੋੜ, ਟੁੱਟਦਾ ਤਾਂ ਹੈ ਨਹੀਂ, ਚੱਲੂਗਾ ਇਹ। ਜਿਵੇਂ ਹੁਣ ਕਈ ਥਾਈਂ ਰੌਲੇ ਪੈ ਗਏ ਇਹਨਾਂ ਦੇ, ਕੇਰਲਾ ਦੇ ਵਿੱਚ ਹੈ ਹੀ ਇਹ ਦੋਨੇ, ਹੋਰ ਹੈ ਹੀ ਨਹੀਂ ਉੱਥੇ ਕੋਈ, ਇਹਨਾਂ ਨੂੰ ਵੀ ਆਪ 'ਚ ਲੜਨਾ ਪਊ ਉੱਥੇ। ਬੰਗਾਲ ਦੇ ਵਿੱਚ ਬੀਬੀ ਕਹਿੰਦੀ ਮਮਤਾ ਬੈਨਰਜੀ ਵੀ ਮੈਂ ਕਮਿਊਨਿਸਟਾਂ ਨੂੰ ਕੋਈ ਸੀਟ ਨਹੀਂ ਦੇਣੀ। ਯੂਪੀ 'ਚ ਇਹੀ ਅਖਿਲੇਸ਼ ਦੀ ਪੋਜੀਸ਼ਨ ਹੈ, ਹੋਰ ਕਈ ਸੂਬਿਆਂ ਦੀ ਵੀ ਹੈ। ਕਈ ਥਾਈਂ ਸੈੱਟ ਵੀ ਹੋ ਜਾਊਗਾ, ਕਈ ਥਾਈਂ ਸੀਟਾਂ ਪਿੱਛੇ ਜਦੋਂ ਆ ਗਿਆ ਨਾ ਕੰਮ, ਆਪ ਵਾਲਿਆਂ ਨਾਲ ਵੀ ਜਿਹੜਾ ਇੱਟ ਖੜਕਾ ਪਏਗਾ ਇਹਨਾਂ ਦਾ, ਪੰਜਾਬ 'ਚ ਨਹੀਂ ਪੈਣਾ, ਨਾ ਦਿੱਲੀ 'ਚ ਪੈਣਾ ਹੈ। ਇਹ ਕਾਂਗਰਸ ਵਾਲੇ ਰੌਲਾ ਜਿਹਾ ਤਾਂ ਪਾਉਂਦੇ ਆ, ਪਰ ਇਹ ਚੁੱਪ ਕਰ ਜਾਣਗੇ ਜਦੋਂ ਅਗਲਿਆਂ ਨੇ ਘੂਰ ਤੇ। ਪਰ ਇਹ ਸੀਟਾਂ ਜ਼ਿਆਦਾ ਮੰਗਣਗੇ ਆਪ ਵਾਲੇ ਬਾਕੀ ਸੂਬਿਆਂ 'ਚ, ਉੱਥੇ ਉਹਨਾਂ ਨੇ ਦੇਣੀਆਂ ਨਹੀਂ, ਫਿਰ ਇਹ ਰੁੱਸ ਕੇ ਪਿੱਛੇ ਹਟ ਜਾਣਗੇ। ਸੋ ਇਹਨਾਂ ਦਾ ਨਹੀਂ ਪਤਾ ਆਪ ਵਾਲਿਆਂ ਦਾ ਤਾਂ, ਕਿਉਂਕਿ ਇਹ ਮੌਕਾ ਪ੍ਰਸਤ ਜੀ ਪਾਰਟੀ ਹੈ, ਇਹਦਾ ਨਹੀਂ ਪਤਾ ਵੀ, ਮੈਨੂੰ ਨਹੀਂ ਲੱਗਦਾ ਵੀ ਇਹ ਨਾਲ ਚੱਲੇ ਗੱਠਜੋੜ ਦੇ, ਆਪਦੇ ਮਤਲਬ ਨੂੰ ਹੀ ਇਕੱਠੀ ਹੋਈ ਹੈ, ਜਾਂ ਡਰਦੀ ਕਹਿ ਲਓ ਇਕੱਠੀ ਹੋਈ ਹੈ। ਦੂਜੇ ਵੀ ਸਕੰਜਾ ਇਹਦੇ 'ਤੇ ਜ਼ਿਆਦਾ ਕਸੀ ਆਉਂਦੇ ਸੀ ਬੀਜੇਪੀ ਵਾਲੇ, ਤੇ ਸਿਰੇ ਤਾਂ ਨਹੀਂ ਲੱਗੂਗਾ, ਇਨ ਬਿਨ ਤਾਂ ਨਹੀਂ ਲੱਗੂਗਾ ਇਹ ਸਿਰੇ। ਆਪਾਂ ਨੂੰ ਐਸੇ ਮਹੀਨੇ ਪਤਾ ਲੱਗ ਜੂਗਾ ਜਦੋਂ ਹੁਣ ਸੀਟਾਂ ਵੰਡਣਗੇ, ਉਦੋਂ ਆਪਾਂ ਨੂੰ ਪਤਾ ਲੱਗ ਜੂਗਾ ਸਾਰੇ। ਅੱਛਾ ਮਲੂਕ ਸਾਹਿਬ, ਅਕਾਲੀ ਦਲ ਨੇ 17 ਵੀ ਹਾਰੀ, 22 ਵੀ ਹਾਰੀ, ਅਕਾਲੀ ਦਲ ਖੜਾ ਹੋਇਆ ਕਿ ਨਹੀਂ ਹੋਇਆ? ਕਿ ਅੱਜ ਵੀ ਸਵਾਲ ਹੈ ਕਿ ਨਹੀਂ ਅਕਾਲੀ ਦਲ ਦੇ ਢਾਂਚੇ 'ਚ ਬਦਲਾਅ ਦੀ ਜ਼ਰੂਰਤ ਹੈਗੀ? ਵੇਖੋ ਹੁਣ ਲੋਕੀ ਗੱਲਾਂ ਤਾਂ ਕਰਨ ਲੱਗ ਗਏ। ਪਹਿਲਾਂ ਤਾਂ ਵੇਖੋ 2 ਵਾਰੀ ਤਾਂ ਸਾਨੂੰ ਹਰਾਇਆ ਹੀ ਹੈ, ਕੋਈ ਦੁਰਵਾਲਾ 17 'ਚ ਵੀ ਬੁਰੀ ਤਰ੍ਹਾਂ ਹਰਾਇਆ ਤੇ 22 'ਚ ਤਾਂ ਜਮਾਂ ਹੀ ਬੁਰੀ ਤਰ੍ਹਾਂ ਹਰਾਇਆ, ਕੋਈ ਦੋ ਸ਼ੰਕਿਆ ਨਹੀਂ ਹੈਗਾ। ਪਰ ਫਿਰ ਵੀ ਡਿੱਗ ਕੇ ਖੜੇ ਹੋ ਜਾਂਦੇ ਨੇ ਲੋਕ। ਕਾਂਗਰਸ ਹਰਿਆਣੇ 'ਚ 10 ਸਾਲ ਰਹਿ ਗਈ ਸੀ, ਫਿਰ ਜਿੱਤ ਗਈ, 10 ਸਾਲ ਰਾਜ ਵੀ ਕੀਤਾ। ਇੱਥੇ ਪੰਜਾਬ 'ਚ ਵੀ ਕਾਂਗਰਸ 7 ਤੋਂ 17 'ਚ 10 ਸਾਲ ਪਾਸੇ ਰਹੀ, ਫਿਰ ਉਹ ਸੱਤਾ ਦੇ ਵਿੱਚ ਆ ਗਈ। ਸੋ ਮੈਨੂੰ ਵੀ ਲੱਗਦਾ ਵੀ ਅਗਲੀ ਵਾਰੀ ਤਾਂ ਹੈਗੀ ਅਕਾਲੀ ਦਲ ਦੀ। ਹੈਗੇ ਆ ਕੁਝ ਛੋਟੀਆਂ ਮੋਟੀਆਂ ਪ੍ਰੋਬਲਮਾਂ ਹੈਗੀਆਂ ਨੇ, ਉਹ ਠੀਕ ਹੋ ਜਾਣਗੀਆਂ। ਤੇ ਮੈਨੂੰ ਲੱਗਦਾ ਵੀ ਹੁਣ ਜਿਹੜੇ ਲੋਕਾਂ ਦੇ ਮਨ 'ਚ ਆ ਗਿਆ, ਜਦੋਂ ਗੱਲ-ਗੁੱਲ ਕਰਦੇ ਆ ਨਾ ਪਿੰਡਾਂ 'ਚ, ਸੱਥਾਂ 'ਚ ਬੈਠ ਕੇ ਜਾਂ ਕਿਤੇ ਸਾਂਝੀਆਂ ਥਾਵਾਂ 'ਤੇ ਲੋਕ ਬੈਠੇ ਹੁੰਦੇ, ਉਹ ਹੁਣ ਕਹਿਣ ਲੱਗ ਗਏ ਯਾਰ ਇਹਨਾਂ ਦਾ ਤਾਂ ਅਕਾਲੀ ਦਲ ਹੀ ਚੰਗਾ ਸੀ, ਇਹਨਾਂ ਨੂੰ ਤਾਂ ਅਕਾਲੀ ਚੰਗੇ ਸੀ, ਕੰਮ ਤਾਂ ਹੋ ਜਾਂਦੇ ਸੀ, ਜਦੋਂ ਮਰਜ਼ੀ ਕਰਾ ਲੈਂਦੇ ਸੀ, ਸਾਰਾ ਸਿਸਟਮ ਦਾ ਵਧੀਆ ਚੱਲਦਾ ਸੀ, ਸਹੂਲਤਾਂ ਜਿਹੜੀਆਂ ਦਿੱਤੀਆਂ, ਡਿਵੈਲਪਮੈਂਟ ਕਰਾਈ ਵੀ ਉਹ ਅਕਾਲੀ ਦਲ ਨੇ ਕਰਾਈ। ਹੁਣ ਲੋਕੀ ਯਾਦ ਤਾਂ ਕਰਦੇ ਨੇ। ਨਹੀਂ, 19 ਮਹੀਨਿਆਂ 'ਚ ਆਪ ਸਰਕਾਰ ਨੇ ਕੁਛ ਨਹੀਂ ਕੀਤਾ ਜੀ। ਮੇਰੀ ਸਮਝ 'ਚ ਆਪ ਸਰਕਾਰ ਨੇ ਇੱਕੋ ਬਿਜਲੀ ਵਾਲਾ ਕਹਿੰਦੇ ਆ 200 ਯੂਨਿਟ ਤਾਂ ਸਾਡੀ ਕੀਤੀ ਵੀ ਸੀ, 100 ਇਹਨਾਂ ਨੇ ਹੋਰ ਕਰੀ ਹੈ, ਉਹਦੇ ਤੇ 300 ਕਰਤੀ, 200 ਤਾਂ ਸਾਡੀ ਸੀਗੀ, 100 ਵਿੱਚ ਰਲਾਈ ਹੈ ਨਵੀਂ। ਉਹਦੇ ਨਾਲ ਇਹ ਕਹਿੰਦੇ ਆ ਵੀ ਅਸੀਂ ਇੰਨੇ ਪਰਿਵਾਰਾਂ ਨੂੰ ਫਾਇਦਾ ਦੇਤਾ, ਪਤਾ ਨਹੀਂ ਦਿੱਤਾ ਨਹੀਂ ਦਿੱਤਾ, ਕਿਉਂਕਿ ਇਹਨਾਂ ਨੂੰ ਝੂਠੇ ਅੰਕੜੇ ਪੇਸ਼ ਕਰਨ ਦਾ ਬਹੁਤ ਸ਼ੌਂਕ ਹੈ, ਕਰ ਵੀ ਦਿੰਦੇ ਨੇ, ਝੂਠ ਨੂੰ ਸੱਚ ਬਣਾਉਣਾ ਤਾਂ ਇਹਨਾਂ ਨੂੰ ਆਉਂਦਾ ਹੈ। ਤੇ ਉਹ ਇਕੱਲਾ ਹੀ ਇੱਕ ਆਪਾਂ ਗਿਣ ਲਓ, ਜੇ ਕੋਈ ਹੈਗਾ 100 ਯੂਨਿਟ ਇਹਨਾਂ ਨੇ ਜਿਹੜੀ ਦਿੱਤੀ ਆ, ਹੋਰ ਤਾਂ ਮੇਰੀ ਸਮਝ ਕੋਈ ਇਹੋ ਜਿਹਾ ਕੰਮ ਨਹੀਂ ਲੱਗਦਾ ਸਾਨੂੰ ਵੀ ਪੰਜਾਬ 'ਚ ਵੀ ਇਹਨਾਂ ਨੇ ਕੋਈ। ਕਹਿੰਦੇ 90% ਦੀ ਪਰਿਵਾਰਾਂ ਦਾ ਜ਼ੀਰੋ ਬਿੱਲ ਆ ਰਿਹਾ, 1000 ਰੁਪਈਆ ਬੁੜੀਆਂ ਨੂੰ ਅਸੀਂ ਦੇ ਦੇਣਾ ਹੈਗਾ ਜੀ। ਨਹੀਂ, ਜ਼ੀਰੋ ਬਿੱਲ ਤਾਂ ਜੇ ਹੁਣ 600 ਯੂਨਿਟ ਬੰਦੇ ਦੀ ਕਿਸੇ ਦੀ ਆਉਂਦੀ ਹੈ, ਉਹਨੂੰ ਨਹੀਂ ਬਿੱਲ ਆਉਣਾ, ਇਹਨਾਂ ਦਾ ਹਿਸਾਬ ਹੈਗਾ। ਤੇ ਉਦੋਂ ਉੱਤੇ ਆ ਜੇ ਤਾਂ ਫਿਰ ਸਾਰਾ ਆਉਣਾ ਹੈ। ਸਾਡੇ ਵੇਲੇ ਸੀ ਜੇ 400 ਯੂਨਿਟ ਦਾ ਬਿੱਲ ਨੇ ਮਾਫ ਹੈ, ਜੇ 1 ਯੂਨਿਟ ਉੱਤੇ ਹੋ ਗਈ ਤਾਂ ਇੱਕ ਦਾ ਹੀ ਆਊਗਾ, ਦੂਜੇ ਦਾ ਨਹੀਂ ਆਉਂਦਾ। ਇਹਨਾਂ ਦਾ ਜੇ ਇੱਕ ਉੱਤੇ ਹੋ ਗਈ ਤਾਂ 600 ਦਾ ਹੀ ਆਊਗਾ, ਫਿਰ 601 ਦਾ ਆਏਗਾ। ਹੁਣ ਉਹ ਫਿਕਰਾਂ ਬਿਜਲੀ ਬੋਰਡ ਤੋਂ ਜਾਂ ਤਾਂ ਲਈਏ, ਕਿਸੇ ਵੇਲੇ ਪਤਾ ਲੱਗੇ ਵੀ ਕਿੰਨਿਆਂ ਕੁ ਦਾ ਮਾਫ ਹੋਇਆ, ਕਿੰਨਿਆਂ ਕੁ ਦਾ ਨਹੀਂ। ਇਹ ਕਹਿੰਦੇ ਜ਼ਰੂਰ ਹੈ, ਪਰ ਇਹਨਾਂ ਦੀ ਕਹਿਣੀ ਤੇ ਇਕੱਲਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਹੋਰ ਕੋਈ ਕੰਮ ਮੇਰੀ ਨਿਗਾਹ ਦੇ ਵਿੱਚ ਤਾਂ ਹੋਰ ਕੋਈ ਕੰਮ ਹੈ। ਬਿਜਲੀ ਨੇ ਸਰਕਾਰ ਬਣਾਤੀ ਇਸ ਲੋਕਾਂ ਨੇ, ਤੇ ਜੇ 1000 ਰੁਪਈਆ ਬੀਬੀਆਂ ਨੂੰ ਦੇ ਦਿੱਤਾ, ਫਿਰ ਤੁਹਾਨੂੰ ਲੱਗਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਰੋਕਣਾ ਔਖਾ ਕਿ ਸੌਖਾ ਜੀ? ਦੇਖੋ 1000 ਰੁਪਈਆ ਬੀਬੀਆਂ ਨੂੰ ਦੇਣਾ ਨਹੀਂ ਇਹਨਾਂ ਨੇ, ਵੋਟਾਂ ਵੇਲੇ ਦੇ ਸਕਦੇ, 1 ਮਹੀਨਾ ਜਾਂ 2 ਮਹੀਨੇ ਪਾਰਲੀਮੈਂਟ ਵੇਲੇ ਉਦੋਂ ਦੇ ਸਕਦੇ ਆ। ਮੈਂ ਤੁਹਾਡੇ ਨਾਲ ਸਹਿਮਤ ਹੋ ਜਾਂਦਾ, ਕਿਤੋਂ ਵੀ ਕਰਜ਼ਾ ਲੈਣ, ਹੋਰ ਕੁਝ ਕਰਨ, ਵਿੰਗੇ ਟੇਢੇ ਕਿਤੋਂ ਫੰਡ ਕੱਢਣ, ਇੰਨਾ ਡਰਾਮਾ ਇਹ ਫੇਰ ਕਰ ਸਕਦੇ ਆ ਪਾਰਲੀਮੈਂਟ ਦੇ ਵਿੱਚ, ਕਿ ਪਾਰਲੀਮੈਂਟ ਵੇਲੇ ਅਸੀਂ 1-2 ਮਹੀਨੇ ਦੇ ਦਈਏ। ਇਹ ਵੀ ਕਰ ਸਕਦੇ ਆ, ਇਹ ਪਤਾ ਖੇਡ ਸਕਦੇ ਆ।
ਟਰਨਿੰਗ ਪੁਆਇੰਟ ਹੋ ਸਕਦਾ ਜੇ ਮੇਰੀ ਸਮਝ ਨਹੀਂ ਹੋਣਾ ਟਰਨ ਪੁਆਇੰਟ। ਹੁਣ ਲੋਕਾਂ ਦੇ ਜਦੋਂ ਕੋਈ ਮਨ ਤੋਂ ਲੱਥ ਜੇ ਨਾ ਭੁੱਲਰ ਸਾਹਿਬ, ਹੁਣ ਇਹ ਲੋਕਾਂ ਦੇ ਮਨ ਚੋਂ ਲੱਥ ਗਈ। ਤੁਸੀਂ ਕਿਤੇ ਪਿੰਡ 'ਚ, ਮੈਂ ਨਹੀਂ ਕਹਿੰਦਾ, ਤੁਸੀਂ ਜਿੱਥੇ ਵੀ 10 ਬੰਦੇ 20 ਬੰਦੇ ਬੈਠੇ ਆ, ਕਿਸੇ ਗੁਰਦੁਆਰੇ 'ਚ, ਮੰਦਿਰ 'ਚ, ਸੱਥ 'ਚ, ਬਾਜ਼ਾਰ 'ਚ, ਕਿਤੇ ਚਲੇ ਜਾਓ, 10 ਚੋਂ ਇੱਕ ਵੀ ਹੁਣ ਇਹਨਾਂ ਦੇ ਹੱਕ 'ਚ ਨਹੀਂ ਬੋਲਦਾ। ਅੱਗੇ 10 ਚੋਂ 8-9 ਇਹਨਾਂ ਦੇ ਹੱਕ 'ਚ ਬੋਲਦੇ ਸੀ, ਤੋਂ ਅੱਗੇ ਗੱਲ ਕਰਦੇ ਸੀ ਨਹੀਂ ਯਾਰ ਬਦਲ ਵੇਖਣਾ ਚਾਹੀਦਾ। ਹੁਣ ਉਹ ਗੱਲ ਨਹੀਂ ਬਦਲ ਹੈ ਨਹੀਂ, ਹੁਣ ਤਾਂ ਪੁੱਠਾ ਬੋਲਦੇ ਇਹਨਾਂ ਨੂੰ। MLA ਪਹਿਲੀ ਸਰਕਾਰ ਹੈ ਜਿਹੜੀ ਕਿ ਸਾਲ 1.5 ਸਾਲ 'ਚ ਲੋਕੀ MLA ਨੂੰ ਘੇਰਨ ਲੱਗ ਗਏ। ਐ ਨਹੀਂ ਕਦੇ ਕਿਸੇ ਸਰਕਾਰ ਦੇ ਘੇਰੇ ਸੀ MLA। ਤੇ ਜੇ ਲੋਕ ਦੁਖੀ ਆ, ਤੰਗ ਆ, ਤਾਂ ਹੀ ਘੇਰਨ ਲੱਗੇ ਆ ਨਾ। ਸੋ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੇ ਭਾਵੇਂ 1000 ਵੀ ਦੇ ਦੇਣ, ਹੁਣ ਲੋਕੀ ਇਹਨਾਂ ਤੇ ਵਿਸ਼ਵਾਸ ਕਰਨਗੇ। ਪਰ ਤੁਹਾਨੂੰ ਲੱਗਦਾ ਕਿ ਆ ਜਿਹੜੀਆਂ ਸਕੀਮਾਂ ਮੁਫਤ ਵਾਲੀਆਂ ਜੀ, ਬੱਸਾਂ ਫ੍ਰੀ ਹੋ ਗਈਆਂ, ਬਿਜਲੀ ਫ੍ਰੀ ਹੋ ਗਈ, ਹੁਣ 1000 ਰੁਪਈਆ ਬੀਬੀਆਂ ਨੂੰ ਫ੍ਰੀ ਹੋ ਗਿਆ, ਇਹ ਚੀਜ਼ਾਂ ਇੰਡੀਆ ਲੈਵਲ ਤੇ ਬੰਦ ਹੋਣੀਆਂ ਚਾਹੀਦੀਆਂ ਜੀ? ਵੇਖੋ, ਮੈਂ ਇਸ ਰਾਏ ਦਾ ਕਿ ਇਹ ਜਿਹੜੀਆਂ ਫਾਲਤੂ ਸਹੂਲਤਾਂ ਇਹ ਦੇਣੀਆਂ ਨਹੀਂ ਚਾਹੀਦੀਆਂ, ਕਿਸੇ ਨੂੰ ਨਹੀਂ ਦੇਣੀਆਂ ਚਾਹੀਦੀਆਂ। ਚਾਹੀਦਾ ਕੀ ਹੈ ਕਿ ਹਰ ਬੰਦੇ ਨੂੰ ਸਾਨੂੰ ਕੰਮ ਦੇਣਾ ਚਾਹੀਦਾ ਹੈ, ਨੌਕਰੀ ਦੇਣੀ ਚਾਹੀਦੀ ਹੈ ਹਰ ਬੰਦੇ ਨੂੰ। ਇਹ ਡਿਊਟੀ ਹੈ ਸਰਕਾਰ ਦੀ। ਹਰੇਕ ਘਰ ਦੇ ਵਿੱਚ ਇੱਕ ਬੰਦੇ ਨੂੰ ਤਾਂ ਜਿਹੜਾ ਬੰਦਾ ਵਿਹਲਾ ਹੈ ਪੜ੍ਹ ਲਿਖ ਕੇ, ਇੱਕ ਬੰਦੇ ਨੂੰ ਤਾਂ ਨੌਕਰੀ ਘੱਟੋ ਘੱਟ ਮਿਲੇ ਤਾਂ ਫਾਇਦਾ। ਲੋਕਾਂ ਨੂੰ ਸਾਨੂੰ ਮੰਗ 'ਤੇ ਨਹੀਂ ਬਣਾਉਣਾ ਚਾਹੀਦਾ। ਅਸੀਂ ਇਹ ਦੇਖ ਕੇ ਭਿਖਾਰੀ ਬਣਾਉਂਦੇ ਆ ਨਾ, ਮੰਗ 'ਤੇ ਹੀ ਬਣਾਉਂਦੇ ਨਾ, ਵੀ ਤੁਸੀਂ ਆਹ ਲੈ ਲਓ ਅਤੇ ਖਾਈ ਜਾਓ, ਕੰਮ ਨਾ ਕਰੋ। ਅਤੇ ਜੇ ਅਸੀਂ ਕੰਮ ਦੇ ਦਈਏ, ਉਹ ਆਪੇ ਬਿਜਲੀ ਦਾ ਬਿੱਲ ਭਰੇ, ਆਪੇ ਹੀ ਸਾਰਾ ਕੁਛ ਕਰੇ। ਅਸੀਂ ਨੌਕਰੀ ਦੇ ਕੇ ਹਰੇਕ ਬੰਦੇ ਨੂੰ ਵਿਹਲਾ ਕਿਉਂ ਬੈਠੇ? ਸੋ ਸਰਕਾਰ ਦੀ ਡਿਊਟੀ ਹੈ ਕਿ ਕੰਮ ਦੇਵੇ, ਲੋਕਾਂ ਨੂੰ ਮੰਗ 'ਤੇ ਨਾ ਬਣਾਵੇ। ਮੈਂ ਜਿਹੜੀਆਂ ਇਹ ਮੁਫਤ ਦੀਆਂ ਸਕੀਮਾਂ, ਇਹਦੇ ਨਾਲ ਨੁਕਸਾਨ ਹੋ ਜਾਣਾ ਬਹੁਤ ਸਾਰਾ। ਡਿਵੈਲਪਮੈਂਟ ਵਾਸਤੇ ਪੈਸਾ ਹੀ ਨਹੀਂ ਬਚਿਆ ਕਰਨਾ ਕਿਸੇ ਸਟੇਟ ਕੋਲੇ, ਕਿਉਂਕਿ ਫਿਰ ਰੀਸ ਦੌੜ ਲੱਗੀ ਹੈ ਨਾ। ਹੁਣ ਤੁਸੀਂ ਵੇਖ ਹੀ ਰਹੇ ਕਰਨਾਟਕਾ 'ਚ ਕੀ ਹਾਲ ਹੋਇਆ, ਹੁਣ ਮਗਰੇ ਮੱਧ ਪ੍ਰਦੇਸ਼ 'ਚ ਅਤੇ ਰਾਜਸਥਾਨ 'ਚ ਕਿਵੇਂ ਇੱਕ ਦੂਜੇ ਦੀ ਦੌੜ ਲੱਗੀ ਹੈ ਵੀ ਅਸੀਂ ਵੱਧ ਸਹੂਲਤਾਂ ਦੇਈਏ, ਅਤੇ ਪੈਸਾ ਕਿੱਥੋਂ ਆਊਗਾ ਇੰਨਾ? ਇੱਕ ਵਾਰੀ ਫੇਰ ਇਹ ਵੱਧ ਚੜ੍ਹ ਕੇ ਕਰੀ ਜਾਣਗੇ ਤੇ ਪੈਸਾ ਕਿੱਥੋਂ ਆਊਗਾ? ਸੋ ਮੁਲਕ ਨੂੰ ਜੇ ਤਰੱਕੀ ਤੇ ਲੈ ਕੇ ਜਾਣਾ ਤਾਂ ਡਿਵੈਲਪਮੈਂਟ ਕਰਾਈਏ, ਪੰਜਾਬ 'ਚ ਵੱਧ ਤੋਂ ਵੱਧ ਇੰਡਸਟਰੀ ਲਿਆਈਏ, ਇੰਡਸਟਰੀ ਲਿਆ ਕੇ ਲੋਕਾਂ ਨੂੰ ਕੰਮ ਦੇਈਏ। ਜਿੰਨਾ ਚਿਰ ਇੰਡਸਟਰੀ ਨਹੀਂ ਆਏਗੀ ਇੱਥੇ ਕੰਮ ਨਹੀਂ ਹੋਏਗਾ। ਇੰਡਸਟਰੀ ਪੰਜਾਬ 'ਚ ਹੈ ਨਹੀਂ, ਹੁਣ ਨਵੀਂ ਆ ਨਹੀਂ ਰਹੀ, ਭੱਜੀ ਜਾਂਦੀ ਹੈ, ਬਲਕਿ ਜਿਹੜੀ ਹੈਗੀ ਉਹ ਵੀ ਭੱਜੀ ਜਾਂਦੀ ਹੈ, ਨਵੀਂ ਨਹੀਂ ਆ ਰਹੀ। ਉਹਦੇ ਕੁਝ ਕਾਰਨ ਨੇ, ਤੁਸੀਂ ਵੀ ਜਾਣਦੇ ਆ, ਮੈਂ ਵੀ ਜਾਣਦਾ। ਉਹ ਜਿੰਨਾ ਚਿਰ ਇੰਡਸਟਰੀ ਨਹੀਂ ਆਏਗੀ, ਲੋਕਾਂ ਨੂੰ ਕੰਮ ਨਹੀਂ ਮਿਲੇਗਾ, ਉਹਨਾਂ ਚਿਰ ਪੰਜਾਬ ਦਾ ਕੋਈ ਭਵਿੱਖ ਹੈ ਜਿਹੜਾ ਉਹ ਵਧੀਆ ਨਹੀਂ ਹੈਗਾ। ਪਰ CM ਸਾਹਿਬ ਤਾਂ ਕਹਿ ਰਹੇ 60,000 ਕਰੋੜ ਦੇ ਤੇ ਸਮਝੌਤੇ ਕਰ ਲਏ ਪੰਜਾਬ 'ਚ ਜੀ। ਕੀ ਆਂਦੇ ਹੁੰਦੇ MOU, ਪਤਾ ਨਹੀਂ ਕੀ ਹੋ ਗਿਆ, MOU ਦਾ ਕਰ ਲਏ। ਕੋਈ ਤੁਹਾਡੀ ਨਿਗਾਹ 'ਚ ਕੋਈ ਫੈਕਟਰੀ ਕਿਤੇ ਲੱਗੀ ਹੈ? ਕਿਤੇ ਤੁਸੀਂ ਤਾਂ ਫਿਰਦੇ ਰਹਿੰਦੇ ਆ, ਤੁਹਾਡੇ ਕੋਲ ਸਾਰੇ ਪੰਜਾਬ ਦੀਆਂ ਖਬਰਾਂ ਆਉਂਦੀਆਂ, ਅਤੇ ਕਿਤੇ ਲੱਗੀ ਹੈ ਕਿਤੇ? ਫਿਰ ਮੈਨੂੰ ਤਾਂ ਪਤਾ ਨਹੀਂ ਲੱਗੀ। ਮੈਨੂੰ ਭੱਜੀਆਂ ਦਾ ਤਾਂ ਪਤਾ ਹੈ ਕਾਫੀ, ਲੱਗੀ ਤਾਂ ਮੈਨੂੰ ਕੋਈ ਲੱਗਦਾ ਨਹੀਂ ਵੀ ਲੱਗੀ ਹੋਵੇ ਪੰਜਾਬ 'ਚ। ਅਤੇ ਜੇ ਲਾ ਦੇਣ ਮੈਂ ਨਾ ਮੁੱਖ ਮੰਤਰੀ ਜੀ, ਚੰਗੀ ਗੱਲ ਹੈ। ਜੇ 60,000 ਕਰੋੜ ਦੀਆਂ ਫੈਕਟਰੀਆਂ ਲਾ ਦੇਣਗੇ, ਲੋਕਾਂ ਨੂੰ ਕੰਮ ਮਿਲੂਗਾ ਤਾਂ ਚੰਗੀ ਗੱਲ ਹੈ, ਕੋਈ ਮਾੜੀ ਗੱਲ ਨਹੀਂ। ਪਰ ਹਾਲੇ ਤੱਕ ਤਾਂ ਮੈਨੂੰ ਝੂਠ ਹੀ ਲੱਗਦਾ, ਕੋਈ ਮੈਨੂੰ ਤਾਂ ਫੈਕਟਰੀ ਨਵੀਂ ਲੱਗੀ ਕੋਈ ਦਿੰਦੀ ਨਹੀਂ ਪੰਜਾਬ। ਉਹ ਕਹਿੰਦੇ ਅੱਗੇ ਟੱਬਰਾਂ ਦੇ ਨਾਲ ਸਮਝੌਤਾ ਹੁੰਦਾ, ਹੁਣ ਪੰਜਾਬ ਸਰਕਾਰ ਨੇ ਸਮਝੌਤੇ ਹੋ ਰਹੇ ਜੀ। ਨਹੀਂ, ਸਮਝੌਤੇ ਤਾਂ ਹਮੇਸ਼ਾ ਹੀ ਸਰਕਾਰ ਹੀ ਕਰਦੀ ਹੁੰਦੀ ਹੈ, ਕੋਈ ਹੋਵੇ ਪਰਿਵਾਰ। ਮੁੱਖ ਮੰਤਰੀ ਪਰਿਵਾਰ ਦਾ ਹੈੱਡ ਹੁੰਦਾ ਸਾਰੇ ਦਾ, ਅਤੇ ਸਰਕਾਰ ਹੀ ਕਰਦੀ ਹੁੰਦੀ ਹੈ। ਇਹ ਤਾਂ ਐਵੇਂ ਆਦਤ ਹੈ, ਮੁੱਖ ਮੰਤਰੀ ਜਿਹਨੂੰ ਕਹੀ ਜਾਂਦੇ ਨੇ, ਉਹਨਾਂ ਦੀ ਮਰਜ਼ੀ ਹੈ, ਚਲੋ ਉਹਨੂੰ ਕੋਈ ਰੋਕ ਨਹੀਂ ਸਕਦਾ। ਸਮਝੌਤੇ ਹਮੇਸ਼ਾ ਹੀ ਸਰਕਾਰਾਂ ਨਾਲ ਹੀ ਹੁੰਦੇ ਆ। ਜਿਹੜਾ ਹੈੱਡ ਹੈ ਸਰਕਾਰ ਦਾ, ਉਹਨੇ ਹੀ ਕਰਨੇ ਹੁੰਦੇ ਆ, ਉਹਦੇ ਦਿਸ਼ਾ ਨਿਰਦੇਸ਼ਾਂ 'ਤੇ ਹੁੰਦਾ। ਬਾਕੀ ਸਾਰੇ ਇੱਕ ਸਿਸਟਮ ਬਣਿਆ ਹੁੰਦਾ ਸਮਝੌਤਿਆਂ ਕਰਨ ਦਾ। ਜਿਵੇਂ ਹੁਣ ਬਿਜਲੀਆਂ ਦੇ ਸਮਝੌਤੇ ਆ, ਬੜਾ ਇਹ ਝੂਠ ਬੋਲਦੇ ਆ ਵੀ ਜੀ ਉਸ ਵੇਲੇ ਗਲਤ ਹੋਏ। ਫਿਰ ਗਲਤ ਹੋਏ ਤਾਂ 5 ਸਾਲ ਪਹਿਲਾਂ ਕਾਂਗਰਸ ਨੇ ਵੀ ਇਹਦੇ ਨਾਂ 'ਤੇ ਵੋਟਾਂ ਲੈ ਲਈਆਂ, ਉਹਨਾਂ ਨੇ ਨਹੀਂ ਖੋਲ੍ਹੇ ਸਮਝੌਤੇ। ਕਿਉਂ ਨਹੀਂ ਖੋਲ੍ਹੇ? ਰੱਦ ਕਿਉਂ ਨਹੀਂ ਕੀਤੇ? ਕਹਿੰਦੇ ਸੀ ਬਣਦਿਆਂ ਰੱਦ ਕਰਾਂਗੇ, ਫਿਰ ਕਾਹਤੋਂ ਨਹੀਂ ਕੀਤੇ ਰੱਦ? ਉਦੋਂ ਮਨਮੋਹਨ ਸਿੰਘ ਦੀ ਇੱਕ ਕਮੇਟੀ ਬਣਵਾਈ ਸੀ ਸਰਦਾਰ ਮਨਮੋਹਨ ਸਿੰਘ ਨੇ, ਉਹਨਾਂ ਦੀ ਗਾਈਡਲਾਈਨਾਂ ਦੇ ਉੱਤੇ ਇਹ ਸਮਝੌਤੇ ਹੋਏ ਸੀ। ਇਕੱਲੇ ਪੰਜਾਬ 'ਚ ਨਹੀਂ ਸੀ ਲੱਗੇ ਥਰਮਲ, ਇਹ 5-6 ਸੂਬਿਆਂ 'ਚ ਲੱਗੇ ਸੀ। ਸਾਰਿਆਂ ਦੇ ਇੱਕੋ ਸ਼ਰਤਾਂ 'ਤੇ ਲੱਗੇ ਸੀਗੇ, ਅਤੇ ਪੰਜਾਬ ਦੀ ਬਿਜਲੀ ਸਭ ਤੋਂ ਸਸਤੀ ਲਈ ਸੀ ਉਸ ਵੇਲੇ ਦੇ ਵਿੱਚ। ਕਿ ਇਹ ਤਾਂ ਹੁਣ ਝੂਠ ਬੋਲ ਦਿੰਦੇ 8.5 ਰੁਪਏ ਲਈ, ਅਤੇ ਲਈ ਆਪਾਂ ਉਹਨੂੰ 3 ਰੁਪਏ, 2 ਰੁਪਏ 85 ਪੈਸੇ, 3 ਰੁਪਏ 15 ਪੈਸੇ, 25 ਸਾਲਾਂ ਵਾਸਤੇ ਲੈਣੀ ਹੈ। ਅਤੇ ਪਰ ਇਹ ਉਹ ਵੀ ਕਹੀ ਜਾਂਦੇ ਗਲਤ ਹੋਈ, ਪਰ ਇਹ ਗਲਤ ਤਾਂ ਫਿਰ ਰੱਦ ਕਰ ਦਿਓ। ਆਪਾਂ ਕਹਿੰਦੇ ਕਰ ਦਿਓ ਰੱਦ, ਫਿਰ ਤੁਹਾਡੇ ਕੋਲ ਪਾਵਰ ਹੈ ਸਰਕਾਰ ਕੋਲ, ਰੱਦ ਕਰ ਦਿਓ। ਫਿਰ ਰੱਦ ਵੀ ਨਹੀਂ ਕਰਦੇ, ਕਰਕੇ ਵੇਖ ਲੈਣ ਰੱਦ, ਜੇ ਚੀਕਾਂ ਨਾ ਵੱਜ ਜਾਣ ਤਾਂ। ਸੋ ਇਹ ਨਹੀਂ ਕਰਨਾ ਚਾਹੀਦਾ, ਭੰਡੀ ਪ੍ਰਚਾਰ ਝੂਠਾ ਨਹੀਂ ਕਰਨਾ ਚਾਹੀਦਾ। ਸਮਝੌਤੇ ਕਦੇ ਵੀ ਕੋਈ ਸਟੇਟ ਗਲਤ ਨਹੀਂ ਕਰ ਸਕਦੀ ਹੁੰਦੀ। ਸੈਂਟਰ ਉੱਤੇ ਬੈਠਾ ਹੈ, ਫਿਰ ਪਾਲਿਸੀਆਂ ਬਣਦੀਆਂ। ਇਹਨਾਂ ਨੇ ਦਿੱਲੀ 'ਚ ਸ਼ਰਾਬ ਪਾਲਿਸੀ ਬਣਾਈ ਸੀ ਨਾ ਗਲਤ, ਤੇ ਮੰਜੇ ਗਏ ਨਾ ਸਾਰੇ। ਸੋ ਐਂ ਨਹੀਂ ਚੱਲਦਾ ਹੁੰਦਾ ਕੰਮ। ਬਹੁਤ ਮਿਹਰਬਾਨੀ ਤੁਹਾਡਾ ਵੀ ਜੀ, ਬਹੁਤ ਧੰਨਵਾਦ ਭੁੱਲਰ ਸਾਹਿਬ, ਤੁਸੀਂ ਆਏ, ਆਪਾਂ ਗੱਲਾਂ ਬਾਤਾਂ ਕੀਤੀਆਂ। ਸਾਰੇ ਸਰੋਤਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਦੇਖਦੇ ਜੀ, ਜਿਉਂ-ਜਿਉਂ ਨੇੜੇ ਆ ਰਹੀਆਂ ਨੇ ਲੋਕ ਸਭਾ ਚੋਣਾਂ, ਕਿਉਂਕਿ ਗੱਠਜੋੜ ਬਣ ਵੀ ਗਏ ਨੇ, ਗੱਠਜੋੜ 'ਚੋਂ ਕਈ ਪਾਰਟੀਆਂ ਨੇ ਹੋਰ ਆਉਣਾ ਵੀ ਆ ਅਤੇ ਕਈਆਂ ਨੇ ਛੱਡ ਕੇ ਵੀ ਜਾਣਾ। ਲੇਕਿਨ ਗੱਲ ਪੰਜਾਬ ਦੀ ਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਸੰਭਾਵਨਾਵਾਂ ਬਣ ਰਹੀਆਂ ਨੇ, ਉਹਨੂੰ ਪੰਜਾਬ ਦੀ ਜਨਤਾ ਕਿਵੇਂ ਦੇਖੇਗੀ। ਫਿਲਹਾਲ ਸਾਨੂੰ ਦਿਓ ਆ ਗਿਆ। ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਧੰਨਵਾਦ।